ਵਿਜ਼ਨ ਪੰਜਾਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਪ੍ਰੋਗਰਾਮ ਚਰਚਾ ਦਾ ਮੁੱਦਾ ਵੀ ਸਵਾਗਤ ਹੈ ਜੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਮਸਲਿਆਂ ਨੂੰ, ਗੁਰਦੁਆਰਿਆਂ ਦੇ ਵਿੱਚ ਰਹਿਤ ਮਰਿਆਦਾ ਨੂੰ ਸਹੀ ਢੰਗ ਨਾਲ ਲਾਗੂ ਕਰਾਉਣ ਲਈ ਬਣੀ ਹੋਈ ਕਮੇਟੀ। ਸੋ ਇਸ ਦਰਮਿਆਨ ਉਹ ਚਰਚਾ ਵਿੱਚ ਕਈ ਮਸਲਿਆਂ ਕਰਕੇ ਆਉਂਦੀ ਆ, ਚਾਹੇ ਪਾਵਨ ਸਰੂਪਾਂ ਦੇ ਗਾਇਬ ਹੋਣ ਦਾ ਮਸਲਾ ਹੋਵੇ ਤੇ ਚਾਹੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਵਿੱਚ ਲੰਗਰ ਘਪਲੇ ਦਾ ਮਸਲਾ ਹੋਵੇ। ਪਰ ਇਸ ਦੇ ਨਾਲ ਹੋਰ ਕਿੰਨੇ ਮਸਲੇ ਨੇ ਜਿਹੜੇ ਅੱਜ ਵੀ ਇਸ ਗੱਲ ਨੂੰ ਸਾਹਮਣੇ ਦਿਖਾਉਂਦੇ ਨੇ ਕਿ ਜਿਹੜੇ ਬ੍ਰਾਹਮਣ ਬਾਦ ਚੋਂ ਨਿਕਲ ਕੇ ਅਸੀਂ ਸਿੱਖ ਧਰਮ ਵੱਲ ਆਏ ਸੀ ਕਿ ਹਾਂ ਇੱਕ ਸਾਰਤਾ ਹੋਏਗੀ, ਇੱਕ ਸੁਰਤਾ ਹੋਏਗੀ, ਕੋਈ ਭੇਦਭਾਵ ਜਾਤ ਧਰਮ ਦਾ ਫਰਕ ਨਹੀਂ ਹੋਏਗਾ, ਕਿਉਂ ਮਿਟਿਆ? ਇਹ ਸਵਾਲ ਅੱਜ ਇਸ ਲਈ ਉੱਠ ਰਿਹਾ ਕਿਉਂਕਿ ਹਾਲ ਹੀ ਦੇ ਵਿੱਚ ਇਹ ਗੱਲ ਨਿਹੰਗ ਜਥੇਬੰਦੀਆਂ ਵੱਲੋਂ ਸਾਹਮਣੇ ਲਿਆਂਦੀ ਗਈ ਕਿ ਸਾਡੇ 'ਚ ਅਜੇ ਵੀ ਜਾਤ ਧਰਮ ਦਾ ਵਿਤਕਰਾ ਕੀਤਾ ਜਾਂਦਾ, ਸਾਡੇ ਭਾਂਡੇ ਤੱਕ ਵੱਖਰੇ ਰੱਖੇ ਜਾਂਦੇ ਨੇ। ਇੱਕ ਬਾਟੇ 'ਚੋਂ ਅੰਮ੍ਰਿਤ ਛਕਾਉਣ ਵਾਲੀ ਰਵਾਇਤ ਤੋਂ ਕੀ ਨਿਹੰਗ ਜਥੇਬੰਦੀਆਂ ਲਾਂਭੇ ਹੁੰਦੀਆਂ ਜਾ ਰਹੀਆਂ ਨੇ। ਇਹ ਮਸਲੇ ਇਸ ਲਈ ਉੱਠੇ। ਸੋ ਜਦੋਂ ਇਹ ਮਸਲੇ ਉੱਠੇ ਤਾਂ ਇਹਨਾਂ ਮਸਲਿਆਂ ਦੀ ਤਹਿ ਤੱਕ ਜਾਣ ਲਈ, ਇਹਨਾਂ ਮਸਲਿਆਂ ਨੂੰ ਹੱਲ ਕਰਾਉਣ ਲਈ ਇੱਕ ਵਫਦ ਜਾਂਦਾ ਹੈ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਮਿਲਣ, ਅਤੇ ਉਸ ਵਫਦ ਦੇ ਵਿੱਚ ਮੋਹਰੀ ਤੌਰ 'ਤੇ ਸ਼ਾਮਿਲ ਹੁੰਦੇ ਨੇ ਪ੍ਰੋਫੈਸਰ ਮਨਜੀਤ ਸਿੰਘ ਹੋਰੀ। ਪ੍ਰੋਫੈਸਰ ਮਨਜੀਤ ਸਿੰਘ ਜਾਣੀ ਪਛਾਣੀ ਹਸਤੀ ਨੇ, ਧਾਰਮਿਕ, ਸਮਾਜਿਕ, ਰਾਜਨੀਤਿਕ ਮਸਲਿਆਂ ਦੇ ਉੱਤੇ ਹਮੇਸ਼ਾ ਨਜ਼ਰ ਰੱਖਦੇ ਨੇ ਅਤੇ ਆਪਣੀ ਗਹਿਰੀ ਅਤੇ ਸਪਸ਼ਟ ਟਿੱਪਣੀ ਕਰਦੇ ਨੇ। ਸੋ ਅੱਜ ਪ੍ਰੋਫੈਸਰ ਮਨਜੀਤ ਸਿੰਘ ਹੋਰੀ ਸਾਡੇ ਨਾਲ ਨੇ। ਅਸੀਂ ਸਭ ਤੋਂ ਪਹਿਲਾਂ ਉਹਨਾਂ ਨੂੰ ਸਵਾਗਤ ਕਰਦੇ ਹਾਂ। ਪ੍ਰੋਫੈਸਰ ਸਾਹਿਬ, ਸਵਾਗਤ ਹੈ ਤੁਹਾਡਾ ਸਾਡੇ ਇਸ ਪ੍ਰੋਗਰਾਮ। ਪ੍ਰੋਫੈਸਰ ਸਾਹਿਬ, ਮੈਂ ਜਦੋਂ ਗੁਰੂ ਘਰਾਂ ਦੇ ਉੱਤੇ ਮਸੰਦਾਂ ਦਾ ਜਿਵੇਂ ਕਬਜ਼ਾ ਸੀ ਤਦ ਆਪਾਂ ਇਸ ਲਈ ਚਿੰਤਾ ਸੀ ਕਿ ਉੱਥੇ ਉਹੀ ਬਾਹਮਣਵਾਦ ਤਾਂ ਲਾਗੂ ਹੈ ਜਿਸ 'ਚੋਂ ਗੁਰੂ ਨਾਨਕ ਦੇਵ ਜੀ ਕੱਢਣ ਦੀ ਸਾਨੂੰ ਕੋਸ਼ਿਸ਼ ਕਰਦੇ ਰਹੇ। ਉਸ ਬਾਹਮਣਵਾਦ 'ਚੋਂ ਇੰਨੇ ਸਾਲਾਂ ਬਾਅਦ ਵੀ ਨਿਕਲ ਕਿਉਂ ਨਹੀਂ ਪਾਇਆ ਸਾਡਾ ਸਿੱਖ ਪੰਥ? ਅੱਜ ਫੇਰ ਉੱਥੇ ਹੀ ਖੜ੍ਹਾ। ਤੁਸੀਂ ਜਿਹੜਾ ਵਫਦ ਲੈ ਕੇ ਗਏ ਉਹਦੀ ਮਨਸ਼ਾ ਕੀ ਸੀ? ਉਹਨੂੰ ਚਿੰਤਾ ਕਿਸ ਗੱਲ ਦੀ ਹੈ ਕਿ ਅੱਜ ਵੀ ਉਹੀ ਜਾਤ ਪਾਤ ਦਾ ਵਿਤਕਰਾ ਜਿਹੜਾ ਸਾਹਮਣੇ ਆਉਣ ਦਾ ਤੁਸੀਂ ਆਪਣੇ ਮੈਮੋਰੈਂਡਮ 'ਚ ਵੀ ਸ਼ਾਮਲ ਕੀਤਾ? ਪਹਿਲਾਂ ਮੇਰੇ ਸਰੋਤਿਆਂ ਨੂੰ ਸਾਰਾ ਘਟਨਾਕ੍ਰਮ ਦੱਸੋ ਕਿ ਤੁਹਾਨੂੰ ਜਾਣਾ ਕਿਉਂ ਪਿਆ। ਬਿਲਕੁਲ, ਜਿੱਥੇ ਇੱਕ ਪਾਸੇ ਅਸੀਂ 550ਵਾਂ ਗੁਰਪੁਰਬ ਮਨਾ ਕੇ ਗੁਰੂ ਨਾਨਕ ਦੇਵ ਜੀ ਦਾ ਹਟੇ ਹਾਂ ਅਤੇ ਉਹਨਾਂ ਦੇ ਮੈਸੇਜ ਤੋਂ, ਉਹਨਾਂ ਦਾ ਸੰਦੇਸ਼ ਜਿਹੜਾ ਦੁਨੀਆ ਨੂੰ ਦੇ ਗਏ, ਸਾਡੇ ਸਿੱਖਾਂ ਨੂੰ ਤੇ ਖਾਸ ਕਰਕੇ ਦੇ ਗਏ, ਉਹਦੇ ਤੋਂ ਅਸੀਂ ਕਿੰਨਾ ਪਿੱਛੇ ਹਟ ਗਏ ਹਾਂ। ਉਸ ਗੱਲ ਤੋਂ ਅਸੀਂ ਥੋੜ੍ਹਾ ਦੁਖੀ ਹੋ ਕੇ ਜਦੋਂ ਰਿਵਿਊ ਕੀਤਾ ਤੇ ਅਸੀਂ, ਇਹ ਤਾਂ ਹਰ ਕੋਈ ਸਮਝਦਾ ਕਿ ਸਿੱਖਾਂ ਦੇ ਅੰਦਰ ਰਿਜ਼ਰਵੇਸ਼ਨ ਵੀ ਹੈਗੀ ਆ, ਜਾਤ ਵੀ ਹੈਗੀ ਆ, ਸਾਰਾ ਕੁਝ ਹੈਗਾ, ਕਿ ਅਸੀਂ ਉਸ ਨੂੰ ਜਾਤੀਵਾਦ ਨੂੰ ਘੱਟੋ ਘੱਟ ਅਛੂਤ ਪੁਣੇ ਨੂੰ ਪੂਰੀ ਤਰ੍ਹਾਂ ਤੋੜ ਨਹੀਂ ਸਕੇ। ਪਰ ਜੇ ਅਸੀਂ ਰੀਸੈਂਟ ਇਤਿਹਾਸ ਨੂੰ ਲਈਏ, ਕਰਤਾਰ ਸਿੰਘ ਝੱਬਰ ਜਦੋਂ ਆਪਣਾ ਕੜਾ ਪ੍ਰਸ਼ਾਦ ਦੀ ਦੇਗ ਤਿਆਰ ਕਰਕੇ ਲੈ ਕੇ ਗਏ ਉੱਥੇ ਅਕਾਲ ਤਖ਼ਤ ਦੇ ਚੜਾਉਣ ਲਈ, ਤੇ ਉੱਥੇ ਉਹਨਾਂ ਦੀ ਕਿੰਤੂ ਪਰੰਤੂ ਹੋਇਆ, ਉੱਥੇ ਅਰਦਾਸ ਕਰਨ ਤੋਂ ਮੁਨਕਰ ਹੋ ਗਏ, ਭਾਈ ਜੀ ਚਲੇ ਗਏ। ਇਸ ਕਰਕੇ ਇਸ ਨਾਰਾਜ਼ਗੀ ਤੋਂ ਉਦੋਂ ਝੰਡਾ ਚੁੱਕਿਆ ਗਿਆ ਸੀ ਕਿ ਇੱਥੇ ਹੋ ਕੀ ਰਿਹਾ, ਕਿ ਇਹ ਇੱਥੇ ਸਿੱਖ ਸੰਸਥਾਨ ਆ ਜਾਂ ਕੋਈ ਮੰਦਿਰ ਹੈਗੇ ਆ, ਕਿ ਇੱਥੇ ਦੇ ਉਹੀ ਮੰਦਿਰਾਂ 'ਚ ਵੀ ਜਾਣ ਦੀ ਪਰਮਿਸ਼ਨ। ਬਿਲਕੁਲ ਉਸੇ ਤਰੀਕੇ ਨਾਲ ਅੱਜ ਵੀ ਮੰਦਿਰਾਂ 'ਚ ਕਈਆਂ 'ਚ ਰੁਕਾਵਟ ਹੈਗੀ ਆ, ਕਈ ਜਗ੍ਹਾ ਤੇ ਅਸੀਂ ਉੱਥੇ ਖੜੇ ਹਾਂ। ਹਾਂ ਬਿਲਕੁਲ, ਔਰਤਾਂ ਤੇ ਰੁਕਾਵਟ ਹੈ, ਕਈ ਜਗ੍ਹਾ ਤੇ ਤੁਹਾਨੂੰ ਪ੍ਰੋਪਰ ਡਰੈਸ ਦਾ ਕਈ ਜਗ੍ਹਾ ਤੇ ਹੈਗਾ। ਇਹੋ ਜਿਹੀਆਂ ਮਨਾਈਆਂ, ਪਰ ਇਹਨਾਂ ਸਾਰੇ ਮਸਲਿਆਂ 'ਚੋਂ ਨਿਕਲ ਕੇ ਤਾਂ ਗੁਰੂ ਘਰ ਬਣੇ। ਬਿਲਕੁਲ, ਇਹ ਉਸੇ ਦੀ ਐਂਟੀਥੀਸਿਸ ਜਿਹਨੂੰ ਕਹਿੰਦੇ ਆ, ਐਂਟੀਥੈਟੀਕਲ, ਉਹਦੇ ਵਿਰੁੱਧ ਹੀ ਇਹ ਮੂਵਮੈਂਟ ਉੱਠੀ ਔਰ ਉਹਨਾਂ ਨੇ ਇੱਕ ਝੰਡਾ ਗੱਡ ਕੇ ਮੁਕਾਬਲੇ 'ਚ ਖੜੇ ਹੋ ਕੇ ਸਾਰੀ ਜਗ੍ਹਾ ਲੜਾਈਆਂ ਝਗੜੇ, ਸਾਰਾ ਕੁਝ, ਦੁੱਖ ਤਕਲੀਫਾਂ ਵੀ ਚੱਲੀਆਂ। ਇਹ ਸੌਖੀ ਨਹੀਂ ਸੀ ਉਹਨਾਂ ਦਿਨਾਂ 'ਚ ਆਵਾਜ਼ ਉਠਾਉਣੀ। ਔਰ ਸਾਨੂੰ ਇੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਮਰਿਆਦਾ ਦਿੱਤੀ ਕਿ ਇਸ ਨੂੰ ਗੁਰੂ ਮੰਨ ਕੇ, ਇਸ ਵਿਚਾਰ ਨੂੰ ਅੱਗੇ ਲੈ ਕੇ, ਸ਼ਬਦ ਗੁਰੂ ਮੰਨ ਕੇ ਤੁਸੀਂ ਤੁਰਦੇ ਰਹਿਣਾ। ਪਰ ਦੇਖਿਆ ਕਿ ਪਿੱਛੇ ਜਦੋਂ ਗੱਲਾਂ ਦਾ ਪਤਾ ਹੋਣਾ ਇੱਕ ਗੱਲ ਹੁੰਦੀ ਆ, ਜਦੋਂ ਪਬਲਿਕਲੀ ਕੋਈ ਆ ਕੇ ਮੈਦਾਨ 'ਚ ਨਿੱਤਰ ਜਾਏ ਤਾਂ ਉਹਦਾ ਅਸਰ ਹੋਰ ਹੁੰਦਾ। ਜਦੋਂ ਨਿਹੰਗ ਸਾਹਿਬਾਨਾਂ ਨੇ, ਕੁਛ ਨੇ ਜਾ ਕੇ ਲਿਖਤੀ ਤੌਰ 'ਤੇ ਅਕਾਲ ਤਖ਼ਤ ਦੇ ਜਥੇਦਾਰ ਨੂੰ ਦੱਸਿਆ ਵੀ ਸਾਡਾ ਤੇ ਹਾਲਤ ਇਹ ਹੈ ਕਿ ਸਾਡੇ ਜੇ ਬਰਤਨ ਵਰਤੇ ਹੋਏ ਦੂਜਿਆਂ ਦੇ ਕੋਲ ਚਲੇ ਜਾਣ, ਪਹਿਲਾਂ ਉਹ ਅੱਗ 'ਚ ਸੁੱਟ ਕੇ ਉਹਨਾਂ ਦੀ ਭੇਟ ਦੂਰ ਕਰਦੇ ਆ, ਪਿੱਟ ਜਾਂਦੇ ਆ। ਇਹ ਹਾਲਤ ਆ। ਤੇ ਬਾਕੀ ਜਿਹੜੇ ਗੁਰੂ ਗੋਬਿੰਦ ਸਿੰਘ ਉਹਨਾਂ ਨੇ ਇੱਕ ਬਾਟੇ ਦੇ ਵਿੱਚੋਂ ਅੰਮ੍ਰਿਤਪਾਨ ਕਰਾਉਣਾ ਸਾਰੇ ਜਾਤਾਂ ਪਾਤਾਂ ਨੂੰ ਤੋੜਨ ਲਈ, ਕਿ ਕਿਉਂਕਿ ਸਭ ਤੋਂ ਸ਼ੁਰੂ ਸਿੱਖ ਬਣਾਇਆ ਸੀ ਨਾ। ਇੱਥੇ ਅਜੇ ਵੀ ਮੈਂ ਦੇਖਦਾ ਕਿ ਦਲਿਤ ਸਿੱਖ, ਮਜ਼੍ਹਬੀ ਸਿੱਖ, ਇਹ ਸ਼ਬਦ ਬਿਲਕੁਲ ਹੈਗੇ ਆ, ਰਾਮਗੜੀਆ ਸਿੱਖ, ਹੋਰ ਸਿੱਖ ਸਾਰੇ ਹੈਗੇ ਆ। ਜਾਤ ਅਜੇ ਵੀ ਲੱਗਦੀ ਹੈ ਬਿਲਕੁਲ ਉਸੇ ਤਰੀਕੇ ਨਾਲ ਹੀ ਹੈ ਕਿ ਮੈਂ ਗੋਆ ਦੇ ਵਿੱਚ ਸੀਗਾ ਮੈਟਰੀਮੋਨੀਅਲ, ਜਦੋਂ ਉਹਨਾਂ ਕ੍ਰਿਸਚੀਅਨਾਂ ਦਾ ਹੁੰਦਾ, ਕ੍ਰਿਸਚੀਅਨ 'ਚ ਵੀ ਜਾਤੀ ਦੀ ਕੋਈ ਜਗ੍ਹਾ ਨਹੀਂ ਹੈ। ਛਤਰੀਆ ਬ੍ਰਾਹਮਣ, ਨਾ ਛਤਰੀਆ ਕੈਥਲਿਕ, ਬ੍ਰਾਹਮਣ ਕੈਥਲਿਕ, ਇਸ ਕਿਸਮ ਦਾ ਉਹਨਾਂ ਦੇ ਐਡਵਰਟਾਈਜ਼ਮੈਂਟ ਮੈਟਰੀਮੋਨੀਅਲ ਲਿਖਤੀ ਤੌਰ ਤੇ, ਉੱਥੇ ਅਸੀਂ ਖੜੇ ਹਾਂ। ਬਿਲਕੁਲ ਅਸੀਂ ਉੱਥੇ ਖੜੇ ਹਾਂ। ਉਹਨਾਂ ਦੇ ਵਿੱਚ ਵੀ ਦਲਿਤ ਕ੍ਰਿਸਚੀਅਨ ਦੀ ਮੂਵਮੈਂਟ ਆ ਬੜੀ ਵੱਡੀ। ਹਾਂ, ਇਸ ਕਰਕੇ ਇਹ ਜਿਹੜੀ ਜਾਤ ਦੀ ਕੋੜ ਆ, ਇਹਦੀ ਜੜ ਇੰਨੀ ਗਹਿਰੀ ਆ ਕਿ ਕਿਸੇ ਵੀ ਧਰਮ ਨੂੰ ਅੰਦਰੋਂ ਖਰੋਦ ਕੇ ਤੋੜਨ 'ਚ ਕਾਮਯਾਬ ਅੱਜ ਤੱਕ ਹੋ ਰਿਹਾ ਹੈ। ਕਿਸੇ ਨੂੰ ਨਾ, ਉਹ ਇਸਲਾਮ ਦੇ ਵਿੱਚ ਵੀ ਹੈਗੀ ਇਸੇ ਤਰ੍ਹਾਂ।
ਇਸ ਦਾ ਸਾਨੂੰ ਤੇ ਬਹੁਤ ਦੁੱਖ ਹੋਇਆ। ਬਿਲਕੁਲ ਬਿਲਕੁਲ। ਇੱਕ ਤੇ ਉਹ ਗੱਲ ਸੀਗੀ ਕਿ ਜਿਹਦਾ ਦੁੱਖ ਹੋਇਆ, ਦੂਸਰੀ ਇੱਕ ਹੋਰ ਗੱਲ ਕਿਹੜੀ ਚੜ੍ਹ ਆਈ, ਪੰਚਾਇਤਾਂ 'ਚ ਮਤੇ ਪਾਸ ਹੋਣ ਲੱਗ ਗਏ, ਗੁਰਦੁਆਰਿਆਂ ਦੇ ਵਿੱਚ ਅਨਾਉਂਸਮੈਂਟਾਂ ਹੋਣ ਲੱਗ ਗਈਆਂ। ਕਿਹਦੇ ਵਿਰੁੱਧ? ਦਲਿਤਾਂ ਦੇ ਵਿਰੁੱਧ। ਭਾਈ ਤੁਸੀਂ ਗੁਰਦੁਆਰਾ ਤੇ ਛੱਡ ਦਿਓ, ਪੰਚਾਇਤ ਤੇ ਇੱਕ ਸਰਕਾਰੀ ਇੰਸਟੀਟਿਊਸ਼ਨ ਆ, ਉਹ ਇਲੈਕਟਡ ਬਾਡੀ ਆ, ਉੱਥੇ ਤੁਸੀਂ ਫੈਸਲੇ ਕਰਕੇ ਜੋ ਕਰਨਾ ਉਹ ਵੀ ਗਲਤ ਆ। ਪਰ ਗੁਰੂ ਘਰ ਦੀ ਔਰਤਾਂ ਨਾਲ ਲਾਓ ਨਾ, ਉਹਦੇ ਲਈ ਉਹ ਵੀ ਗੈਰ ਸੰਵਿਧਾਨਿਕ ਹੈ। ਬਿਲਕੁਲ ਉਹਨਾਂ ਨੂੰ ਸਜ਼ਾ ਹੋਣੀ ਚਾਹੀਦੀ, ਉਹ ਜੇਲ੍ਹ 'ਚ ਜਾ ਸਕਦੇ ਬੰਦੇ, ਇੰਨਾ ਗੈਰ ਕਾਨੂੰਨੀ ਹੈਗਾ। ਸੋਸ਼ਲ ਬਾਈਕਾਟ ਕਰਨ ਵਾਲੀ ਗੱਲ, ਤੁਸੀਂ ਕਿਸੇ ਨੂੰ ਦਬਾ ਸਕਦੇ, ਕਿਹੜੇ ਯੁੱਗ ਦੀਆਂ ਗੱਲਾਂ ਕਰਦੇ ਆ ਤੁਸੀਂ? ਇਹ ਕੋਈ ਅੱਜ ਤੋਂ 500 ਸਾਲ ਪਹਿਲਾਂ ਥੋੜੀ ਆ। ਇਸ ਕਰਕੇ ਨਾ ਤੇ ਕਿਤੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਉਹਨਾਂ ਨੇ ਉਹਨਾਂ ਤੇ ਕੋਈ ਐਕਸ਼ਨ ਲਿਆ, ਨਾ ਕੋਈ ਐਸਜੀਪੀਸੀ ਦੇ ਅਕਾਲ ਤਖਤ ਦੇ ਜਥੇਦਾਰ ਜਾਂ ਕਿਸੇ ਹੋਰ ਨੇ, ਲੌਂਗੋਵਾਲ ਨੇ ਡਟ ਕੇ ਕਿਹਾ ਹੋਵੇ ਖਬਰਦਾਰ ਤੁਸੀਂ ਗੁਰਦੁਆਰੇ ਇਸ ਕੰਮਾਂ ਲਈ ਜਾਤੀਵਾਦ ਲਈ, ਔਰ ਉਹ ਵੀ ਗਰੀਬ ਗੁਰਬੇ ਨੂੰ, ਜਿਨ੍ਹਾਂ ਦੇ ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ ਨੀਚਾਂ ਅੰਦਰ ਨੀਚ ਜਾਤ ਨੀਚੀਓ ਅਤ ਨੀਚ ਹੈ, ਨਾਨਕ ਤਿਨ ਕੇ ਸੰਗ ਸਾਥ ਵੱਡਿਆਂ ਸੋ ਕਿਆ ਰੀਸ। ਤੇ ਉਹ ਤੇ ਮਤਲਬ ਤੁਸੀਂ ਉਸ ਸਿਧਾਂਤ ਤੋਂ ਉਲਟ ਜਾ ਕੇ, ਬਿਲਕੁਲ ਤੁਹਾਡੇ ਦਿਲ 'ਚ ਕਿਉਂ ਨਹੀਂ ਦਰਦ ਹੁੰਦਾ ਜੇ ਬਾਕੀ ਸਿੱਖ ਫਾਲੋਅਰ ਦੇ ਦਿਲ ਦੇ ਵਿੱਚ ਇੰਨਾ ਗੁੱਸਾ ਵੀ ਆਉਂਦਾ ਔਰ ਦੁੱਖ ਵੀ ਆਉਂਦਾ, ਦਰਦ ਵੀ ਆਉਂਦਾ, ਤੇ ਜਿਨ੍ਹਾਂ ਦੇ ਹੱਥ ਅਸੀਂ ਚਾਬੀ ਆਪਣੀ ਐਸਜੀਪੀਸੀ ਦੀ ਦਿੱਤੀ ਹੋਈ ਆ, ਉਹ ਕਿਉਂ ਨਹੀਂ ਇੰਟਰਵੀਨ ਕਰਦੇ? ਅਸੀਂ ਮੀਡੀਆ ਦੇ ਵਿੱਚ ਵੈਸੇ ਬਾਈ ਦਾ ਵੇ ਲੱਗੇ ਰਹੇ ਆ, ਕਹਿਣ ਵੀ ਲੱਗੇ ਨੇ, ਪਹਿਲਾਂ ਵੀ ਕਹਿਣ ਲੱਗੇ ਆ ਕਿ ਇਸ ਗੱਲ ਦੇ ਉੱਤੇ ਇੰਟਰਵੀਨ ਕਰਨਾ ਚਾਹੀਦਾ, ਪੰਚਾਇਤਾਂ ਵਾਲੇ ਮਾਮਲੇ ਤੇ ਵੀ ਕਰਨਾ ਚਾਹੀਦਾ। ਫਿਰ ਸਾਨੂੰ ਲੱਗਾ ਕਿ ਉੱਥੋਂ ਕੋਈ ਜਵਾਬ ਬਹੁਤਾ ਆਇਆ ਹੀ ਨਹੀਂ, ਕੋਈ ਬਿਆਨ ਉਹ ਜਿਹਾ ਠੋਕ ਕੇ ਆਇਆ ਹੀ ਨਹੀਂ। ਅਸੀਂ ਇੱਕ ਡੈਪੂਟੇਸ਼ਨ ਬਣਾ ਕੇ, ਜਿਵੇਂ ਇੰਸਟੀਚਿਊਟ ਆਫ ਸਿੱਖ ਸਟੱਡੀ ਦੇ ਪ੍ਰੈਜ਼ੀਡੈਂਟ ਹੈ ਗੁਰਪ੍ਰੀਤ ਸਿੰਘ ਜੀ, ਕੇਂਦਰੀ ਸਿੰਘ ਸਭਾ ਦੇ ਹੈ ਖੁਸ਼ਹਾਲ ਸਿੰਘ ਜੀ, ਜਸਪਾਲ ਸਿੰਘ ਉਹਨਾਂ ਨੂੰ ਤੁਸੀਂ ਜਾਣਦੇ ਹੋ, ਕੋਈ ਸਿੱਖ ਰਾਈਟਰ ਹੈਗੇ ਆ, ਸਕਾਲਰ ਹੈਗੇ ਆ, UNH ਏਜੰਸੀ ਦੇ ਵਿੱਚ ਕੰਮ ਕਰਦੇ ਰਹੇ। ਮੈਂ ਸੀਗਾ ਉਹਦੇ ਨਾਲ ਉੱਥੇ, ਜਗਦੀਸ਼ ਪ੍ਰੋਫੈਸਰ ਉੱਥੋਂ ਪੰਜਾਬੀ ਦੇ ਹੈਗੇ ਆ, ਉਹ ਵੀ ਸਾਡੇ ਨਾਲ ਸੀਗੇ, ਅਜੇਪਾਲ ਸਿੰਘ ਬਰਾੜ ਉਹ ਸੀਗੇ ਸਾਡੇ ਨਾਲ, ਰਜਿੰਦਰ ਸਿੰਘ ਰਾਹੀ ਜਿਹੜੇ ਖੁਦ ਉਸ ਸਮੁਦਾਇ ਚੋਂ ਆਉਂਦੇ, ਕਹਿਣਾ ਨਹੀਂ ਚਾਹੀਦਾ ਬੁਰਾ ਲੱਗਦਾ, ਪਰ ਕਿਉਂਕਿ ਸਾਡੇ ਲਈ ਜ਼ਰੂਰੀ ਸੀ ਇਹ ਗੱਲ ਉੱਥੇ ਰੱਖਣੀ, ਅਸੀਂ ਸਾਰੇ ਮਿਲ ਕੇ 7 ਜਾਣੇ ਉੱਥੇ। ਪਰ ਚੰਗੀ ਗੱਲ ਇਹ ਹੈ, ਸਾਨੂੰ ਹਮੇਸ਼ਾ ਜੇ ਸਾਡੀ ਉਮੀਦ ਤੋਂ ਬਹੁਤ ਵੱਧ ਦੀਪਕ ਅਕਾਲ ਤਖਤ ਦੇ ਜਥੇਦਾਰ ਸਾਹਿਬ ਨੇ ਸਾਨੂੰ ਟਾਈਮ ਵੀ ਦਿੱਤਾ, ਸਤਿਕਾਰ ਵੀ ਦਿੱਤਾ, ਆਦਰ ਮਾਣ ਵੀ ਦਿੱਤਾ, ਪੂਰੀ ਗੱਲ ਸੁਣੀ, 2 ਘੰਟੇ ਅਸੀਂ ਗੱਲਬਾਤ ਕੀਤੀ। ਉੱਥੇ ਬਾਅਦ ਵਿੱਚ ਬੀਬੀ ਜਗੀਰ ਕੌਰ ਜੀ ਵੀ ਆ ਗਏ, ਉਹ ਵੀ ਵਿੱਚੇ ਬੈਠੇ ਸੀ, ਉਹਨਾਂ ਦੇ ਨਾਲ ਵੀ ਇਹੋ ਜਿਹੀਆਂ ਗੱਲਾਂ ਚੱਲੀਆਂ। ਤਾਂ ਸਾਡੀ ਲੰਬੀ ਗੱਲ ਤੋਂ ਬਾਅਦ ਸਾਡਾ ਮੁੱਖ ਉਹਨਾਂ ਨੂੰ ਜਿਹੜਾ ਮੈਮੋਰੈਂਡਮ ਅਸੀਂ ਦਿੱਤਾ ਉਹ ਹੀ ਦਿੱਤਾ ਹੈ। ਬਿਲਕੁਲ ਬਿਲਕੁਲ, ਕਿ ਇਹ ਜਿਹੜੀ ਅਸੀਂ ਸਾਰੀਆਂ ਚੀਜ਼ਾਂ ਨੋਟ ਕੀਤੀਆਂ, ਉਹਦੇ 'ਚ ਪੰਚਾਇਤਾਂ ਦਾ ਵੀ ਨੋਟ ਕੀਤਾ, ਅਸੀਂ ਉਹਦੇ 'ਚ ਜਿਹੜਾ ਨਿਹੰਗ ਸਾਹਿਬਾਨਾਂ ਦਾ ਵੀ ਨੋਟ ਕੀਤਾ। ਤੁਸੀਂ ਇਸ ਨੂੰ ਖਤਮ ਕਰਨ ਲਈ ਸਾਨੂੰ ਕੀ ਰਾਹ ਦੱਸਦੇ ਆ? ਤੁਹਾਡਾ ਉੱਥੇ ਇੰਟਰਵੈਂਸ਼ਨ ਜੋ ਹੋਣੀ ਚਾਹੀਦੀ ਸੀ ਕਿਉਂ ਨਹੀਂ ਹੋਈ? ਉਹ ਉਹਨਾਂ ਨੇ ਕਿਹਾ ਕਿ ਮਜਬੂਰੀਆਂ, ਮੈਂ ਉਹਨਾਂ ਨੂੰ ਮਿਲਿਆ ਆ, ਇਹਨਾਂ ਨੂੰ ਵੀ ਮਿਲਿਆ, ਮੈਨੂੰ ਰਿਪਰੈਜ਼ੈਂਟੇਸ਼ਨ ਦਿੱਤੀ ਮੇਰੀ, ਹੁਣ ਉਹਨਾਂ ਨਾਲ ਇੱਕ ਅੱਧੇ ਦਿਨ 'ਚ ਫਿਰ ਮੀਟਿੰਗ ਆ। ਬਿਲਕੁਲ ਕਿਹਾ ਉਹਨਾਂ ਨਾਲ ਮੀਟਿੰਗ ਆ, ਮੈਂ ਇਸ ਦੇ ਉੱਤੇ ਬਿਲਕੁਲ ਅਮਲ ਕਰੂੰਗਾ ਜਿੰਨਾ ਵੀ ਹੋ ਸਕਿਆ। ਪਰ ਨਾਲ ਉਹਨਾਂ ਨੇ ਇਹ ਵੀ ਗੱਲ ਕਹੀ ਕਿ ਇਹ ਅਮਲ ਇੰਨਾ ਗਹਿਰਾ ਆ, ਇਹਦੀਆਂ ਜੜ੍ਹਾਂ ਇਹ ਕੋਡ ਦੀਆਂ ਜਾਤੀਵਾਦ ਦੀਆਂ ਇੰਨੀਆਂ ਗਹਿਰੀਆਂ ਆ, ਜੇ ਤੁਸੀਂ ਇਹ ਸਮਝੋ ਕਿ ਇੱਕੋ ਦਿਨ ਦੇ ਵਿੱਚ ਅਕਾਲ ਤਖਤ ਦੇ ਜਥੇਦਾਰ ਕੋਈ ਇਹੋ ਜਿਹਾ ਮਿਜ਼ਾਈਲ ਛੱਡਣਗੇ ਤੇ ਸਾਰਾ ਖਤਮ ਹੋ ਜੂ, ਇਹ ਨਹੀਂ ਜੇ ਹੋਣਾ। ਤੁਸੀਂ ਸਾਰੇ ਮਿਲ ਕੇ ਮੇਰਾ ਸਾਥ ਦਿਓ। ਉਹਨਾਂ ਨੇ ਸਾਨੂੰ ਕੁਝ ਹੋਮਵਰਕ ਵੀ ਦਿੱਤਾ ਜਿਵੇਂ ਦਾ, ਕਿ ਤੁਸੀਂ ਇਸ ਤਰੀਕੇ ਨਾਲ ਜੇ ਚੱਲੋਗੇ, ਜਾਂ ਮੇਰੀ ਜਿਸ ਤਰ੍ਹਾਂ ਹੁਣ ਫਾਰ ਇੰਸਟੈਂਸ ਡੇਰੇਵਾਦ ਆ, ਡੇਰੇ ਬਹੁਤ ਅਲੱਗ-ਅਲੱਗ ਬੈਠੇ ਆ, ਉਹ ਕਹਿੰਦੇ ਆ ਕਿ ਅਸੀਂ ਚਾਹੁੰਦੇ ਆ ਕਿ ਉਹ ਸਾਡੇ ਮੁੜ ਕੇ ਬੁੱਕਲ ਦੇ ਵਿੱਚ ਆਉਣ, ਸਾਡੇ ਕਲਾਵੇ 'ਚ ਆਉਣ, ਉਹ ਜਾ ਕੇ ਅਲੱਗ-ਅਲੱਗ ਕਿਉਂ ਡੇਰੇ ਬਣਾ ਕੇ ਬੈਠੇ? ਉਹ ਸਿੱਖ ਹੈਗੇ ਆ। ਮੈਂ ਫਿਰ ਸਾਹਿਬ ਇਸੇ ਡੇਰੇਵਾਦ ਵਾਲੇ ਮਸਲੇ ਦੇ ਸਵਾਲ ਲੈਣਾ ਚਾਹੁੰਦਾ ਕਿ ਇਹ ਨਹੀਂ ਮੰਨਿਆ ਜਾ ਸਕਦਾ ਕਿ ਡੇਰਾਵਾਦ ਦਾ ਵਧਣਾ ਪੰਜਾਬ 'ਚ ਖਾਸ ਕਰਕੇ, ਜਾਂ ਪੰਜਾਬ ਦੀ ਬਹੁ ਗਿਣਤੀ ਜਿਹੜੇ ਸਿੱਖ ਧਰਮ ਨੂੰ ਮੰਨਣ ਵਾਲੇ ਲੋਕ ਨੇ ਉਹਨਾਂ ਦਾ ਡੇਰਿਆਂ ਵੱਲ ਨੂੰ ਜਾਣਾ, ਕਿ ਉਹ ਵੀ ਇਹੀ ਕਾਰਨ ਤਾਂ ਨਹੀਂ ਕਿ ਉਹ 'ਚ ਵੀ ਜਾਤ ਪਾਤ ਵਾਲਾ ਮਸਲਾ, ਜਿਹੜੇ ਮੁੱਖ ਗੁਰੂ ਘਰ ਨੇ ਉਹਨਾਂ 'ਤੇ ਜੱਟਵਾਦ ਦਾ ਕਬਜ਼ਾ ਹੈ, ਤੇ ਉਹ ਉਹਨਾਂ ਦਲਿਤ ਭਾਈਚਾਰੇ ਦੇ ਨੁਮਾਇੰਦਿਆਂ ਨੂੰ ਉੱਥੇ ਆਉਣ ਨਹੀਂ ਦਿੰਦੇ, ਇਸ ਲਈ ਉਹਨਾਂ ਡੇਰਿਆਂ ਦਾ ਰੁੱਖ ਕੀਤਾ। ਇਹ ਵੀ ਇੱਕ ਕਾਰਨ ਹੈ। ਕਈ ਗੱਲਾਂ ਆ ਇਹਦੇ 'ਚ ਦੋ ਕਿਸਮ ਦੇ ਡੇਰੇ ਮੈਂ ਇਹਨੂੰ ਮੰਨਦਾ। ਇੱਕ ਤਾਂ ਇਹ ਹੈ ਕਿ ਜਿਹੜੀ ਤੁਸੀਂ ਗੱਲ ਕਹਿ ਰਹੇ ਆ, ਜਿਵੇਂ ਡੇਰਾ ਸੱਚਾ ਸੌਦਾ ਆ, ਉਹਦੇ 'ਚ ਜੇ ਜਾਓਗੇ ਜ਼ਿਆਦਾ ਵਰਕਿੰਗ ਕਲਾਸ ਹੈ ਉਹਦੇ 'ਚ, ਮਤਲਬ ਤੁਸੀਂ ਮਿਡਲ ਤੇ ਲੋਅਰ ਜਿਹੜੀਆਂ ਜਾਤੀ ਦੇ ਤੌਰ ਤੇ ਲਓ ਤੇ ਜਮਾਤ ਦੇ ਤੌਰ ਤੇ ਵੀ ਲੈ ਲਓ, ਤੇ ਉਹਨਾਂ 'ਚੋਂ ਜ਼ਿਆਦਾ ਪੈਰੋਕਾਰ ਉਹਨਾਂ ਦੇ ਹੈਗੇ ਆ, ਔਰ ਉਹ ਕਾਫੀ ਵੱਡਾ ਇੱਕ ਕਿਸਮ ਦੀ ਜਗ੍ਹਾ ਵੀ ਹੈਗੀ ਆ ਪੰਜਾਬ ਦੇ ਵਿੱਚ। ਸ਼ਡਿਊਲਡ ਕਾਸਟ ਤੁਹਾਨੂੰ ਪਤਾ ਰੂਰਲ ਏਰੀਆ 'ਚ 37% ਆ, ਤੇ ਉਹਨਾਂ ਦੀ ਸਮਾਜਿਕ ਬੜੀ ਵੱਡੀ ਸਪੇਸ ਹੈਗੀ ਆ। ਉਹ ਤੇ ਇਸ ਕਰਕੇ ਜਾਂਦੇ ਆ ਕਿਉਂਕਿ ਇਸੇ ਕਰਕੇ ਅਲੱਗ-ਅਲੱਗ ਗੁਰਦੁਆਰੇ ਬਣਦੇ। ਉਹਨਾਂ ਨੇ ਕਿਹਾ ਕਿ ਦੇਖੋ ਜੀ ਅਲੱਗ-ਅਲੱਗ ਗੁਰਦੁਆਰੇ ਅਸੀਂ ਬੜੀ ਕੋਸ਼ਿਸ਼ ਕਰਦੇ ਹਾਂ, ਇਹ ਕਰਦੇ ਹਾਂ, ਉਹ ਅਜੇ ਹੁੰਦੇ। ਮੈਂ ਕਿਹਾ ਦੇਖੋ ਜੀ ਗੱਲ ਆ, ਇਹ ਅਲੱਗ-ਅਲੱਗ ਗੁਰਦੁਆਰੇ ਬਣਨੇ ਜਿਹੜੇ ਆ ਉਹ ਇੱਕ ਸਿੰਪਟਮ ਹੈਗਾ, ਉਹ ਇੱਕ ਕੌਨਸੀਕੁਐਂਸ ਹੈਗਾ ਕਿਸੇ ਹੋਰ ਚੀਜ਼ ਦਾ।
ਤੁਸੀਂ ਜੇ ਉੱਥੇ ਠੀਕ ਨਹੀਂ ਹੋਗੇ ਤੇ ਇਹ ਬਣਦੇ ਹੀ ਰਹਿਣਗੇ। ਤੁਸੀਂ ਗੁਰਦੁਆਰੇ ਇਕੱਠੇ ਨਹੀਂ ਕਰ ਸਕਦੇ। ਪਿੱਛੇ ਜੇ ਐਸਜੀਪੀਸੀ ਦਾ ਆਇਆ ਸੀ ਬਿਆਨ ਕਿ ਅਸੀਂ ਇੱਕ ਪਿੰਡ 'ਚ ਇੱਕ ਗੁਰਦੁਆਰਾ, ਮੈਂ ਕਿਵੇਂ ਹੋ ਜਾਊਗਾ? ਮੈਂ ਤਾਂ ਕਹਿੰਦਾ ਨਹੀਂ ਹੋਣਾ ਚਾਹੀਦਾ। ਉਹ ਤਾਂ ਵੈਸੇ ਵੀ ਪ੍ਰਧਾਨਾਂ ਨੇ ਨਹੀਂ ਮੰਨਣਾ ਜਿਹਨਾਂ ਨੂੰ ਪ੍ਰਧਾਨਗੀਆਂ ਦਾ ਸ਼ੌਂਕ ਆ। ਦੀਪਕ ਜੀ ਕੱਲੀ ਉਹ ਨਹੀਂ ਗੱਲ ਹੈ। ਜਦ ਮੈਨੂੰ ਪਿੰਡ ਦੇ ਵਿੱਚ ਮੇਰੀ ਜ਼ਮੀਨ ਨਹੀਂ ਹੈਗੀ, ਮੇਰੇ ਬੱਚੇ ਪੜ੍ਹਦੇ ਨਹੀਂ, ਮੇਰੀਆਂ ਕੋਈ ਹੈਲਥ ਸੇਵਾਵਾਂ ਨਹੀਂ, ਐਸਜੀਪੀਸੀ ਦਾ ਕੋਈ ਉੱਥੇ ਉਹਨਾਂ ਗੱਲਾਂ 'ਚ ਕਿਸੇ ਕਿਸਮ ਦੀ ਇੰਟਰਵੈਂਸ਼ਨ ਨਹੀਂ। ਜੇ ਤੁਸੀਂ ਜਿੰਨੇ ਲਗਾਤਾਰ ਇੱਕ ਵੱਡੇ ਸਮੁਦਾਇ ਨੂੰ ਤੁਸੀਂ ਜਿਹੜਾ ਅੰਗਰੇਜ਼ੀ 'ਚ ਕਹਿੰਦੇ ਆ ਪੁਸ਼ਿੰਗ ਟੂ ਦਾ ਵਾਲ, ਤੁਸੀਂ ਉਹਨੂੰ ਕਾਰਨਰ ਕਰ ਰਹੇ ਆ, ਪਿੱਛੇ ਧੱਕੀ ਜਾਂਦੇ ਆ, ਥੱਲੇ ਦੱਬੀ ਜਾਂਦੇ, ਸੁੱਟੀ ਜਾਂਦੇ ਆ। ਉਹ ਆਪਣੀ ਆਇਡੈਂਟੀਟੀ ਲਈ ਕਿ ਕਿਤੇ ਤੇ ਮੈਨੂੰ ਲੱਗੇ ਕਿ ਮੈਂ ਹੈਗਾ, ਉਹ ਸਪਿਰਚੁਅਲ ਵਰਲਡ 'ਚ ਆਪਣਾ ਅਲੱਗ ਡੇਰਾ ਪਾ ਲੈਂਦਾ। ਉਹਨਾਂ ਨੂੰ ਪੈਸੇ ਮਿਲ ਜਾਂਦੇ ਆ, ਕੋਈ ਬਾਹਰ ਗਏ ਬੰਦੇ, ਕੁਝ ਹੋਰ, ਫਿਰ ਇੱਕ ਮਿਡਲ ਕਲਾਸ ਜਿਹੜੀ ਆ, ਜਿਹੜੇ IAS ਬਣ ਗਏ, ਰਿਜ਼ਰਵੇਸ਼ਨ ਨਹੀਂ ਬਣ ਗਏ, ਉਹ ਵੀ ਕੁਝ ਮਦਦ ਕਰ ਦਿੰਦੇ ਆ ਉਹਨਾਂ ਦੇ ਵੀ। ਇਸ ਕਰਕੇ ਉੱਥੋਂ ਲੀਡਰਸ਼ਿਪ ਮਿਲ ਜਾਂਦੀ। ਇਸ ਕਰਕੇ ਜੇ ਤੁਸੀਂ ਇਹ ਕਹੋਗੇ ਕਿ ਸਿੰਪਲੀ ਤੁਸੀਂ ਲੋਕਾਂ ਦੇ ਅਲੱਗ-ਅਲੱਗ ਜਾਤੀਗਤ ਜਿਹੜੇ ਬਣੇ ਹੋਏ ਗੁਰਦੁਆਰੇ ਆ ਉਹਨਾਂ ਨੂੰ ਇਕੱਠੇ ਕਰ ਦੋਗੇ, ਸਵਾਲ ਹੀ ਨਹੀਂ ਪੈਦਾ ਹੁੰਦਾ। ਉਹਦਾ ਜਿਹੜਾ ਸੋਸ਼ਲ, ਆਰਥਿਕ ਤੇ ਰਾਜਨੀਤਿਕ ਆਧਾਰ ਆ ਇਸ ਵਖਰੇਵੇਂ ਦਾ, ਜਦ ਤੱਕ ਉਹਦੇ ਤੇ ਚੋਟ ਨਹੀਂ ਮਾਰਦੇ, ਤੁਸੀਂ ਐਸਜੀਪੀਸੀ ਕਹੇ ਕਿ ਸਾਡੀ ਜ਼ਿੰਮੇਵਾਰੀ ਆ, ਹਰ ਦਲਿਤ ਨੂੰ ਅਸੀਂ ਪਿੰਡ ਦੇ ਵਿੱਚ ਘੱਟੋ ਘੱਟ ਅੱਧਾ ਏਕੜ ਜ਼ਮੀਨ ਦੇਵਾਂਗੇ, ਉਹ ਆਪਣਾ ਘਰ ਵੀ ਪਾਉਣਗੇ, ਆਪਣੀ ਮਾੜਾ ਮੋਟਾ ਖਾਣ ਲਈ ਉੱਥੇ ਚੱਲ ਸਬਜ਼ੀ ਵੀ ਬੀਜਣਗੇ। ਕਿਹੜਾ ਦਲਿਤ ਜਿਹੜਾ ਜਾ ਕੇ ਅਕਾਲੀ ਦਾ ਇਹਨਾਂ ਦੇ ਵਿੱਚ ਐਸਜੀਪੀਸੀ ਵਿੱਚ ਰਾਤੋਂ ਰਾਤ ਜੇ ਅੱਧਾ ਪੰਜਾਬ ਸਿੱਖ ਨਾ ਬਣ ਜੇ, ਦਲਿਤ ਬਣ ਜੇ, ਨਹੀਂ ਕਹਿਣਗੇ। ਕਿਉਂਕਿ ਕਬਜ਼ਾ ਜਿਸ ਤਰ੍ਹਾਂ ਤੁਸੀਂ ਕਿਹਾ ਉਹਨਾਂ ਲੋਕਾਂ ਦਾ ਹੋ ਗਿਆ, ਉਲਟਾ ਉਹਨਾਂ ਹੀ ਪੰਚਾਇਤਾਂ ਨਾਲ ਇਹਨਾਂ ਦੇ ਤੇ ਗੁਰਦੁਆਰਿਆਂ ਚੋਂ ਐਉਂ ਕਿ ਜਿਵੇਂ ਗੁਰਦੁਆਰੇ ਸਾਡੇ ਦੂਜੇ ਦੇ ਹੈ ਹੀ ਨਹੀਂ, ਕਿਹੜਾ ਜ਼ਗੀਰ ਬਣਾ ਲੇ। ਐਸੇ ਕਰਕੇ ਜਦੋਂ ਤੁਸੀਂ ਦਲਿਤ ਦੇ ਵਿਰੁੱਧ ਪਿੰਡ ਦੇ ਗੁਰਦੁਆਰੇ ਵਿੱਚੋਂ ਅਨਾਉਂਸਮੈਂਟਾਂ ਕਰੋਗੇ ਤਾਂ ਗੁਰਦੁਆਰਾ ਲੱਗ ਹੀ ਬਣੂ। ਤਾਂ ਉਹ ਗੁਰਦੁਆਰੇ ਤੋਂ ਵੀ ਦੂਰ ਹੋ ਗਏ, ਉਹਦੇ ਨਾਲ ਗੁਰੂ ਮਰਿਆਦਾ ਤੋਂ ਵੀ ਦੂਰ ਹੋ ਗਏ। ਇਹ ਵੀ ਖਤਰਾ। ਇਹੀ ਗੱਲ ਹੈ, ਇਹੀ ਕਾਰਨ ਹੈ ਕਿ ਅੱਜ ਸਿੱਖੀ ਤੋਂ ਵੀ ਲੋਕ ਦੂਰ ਹੁੰਦੇ ਜਾ ਰਹੇ ਨੇ। ਬਿਲਕੁਲ। ਕਿ ਮੈਂ ਇਸ ਸਾਰੀ ਚਰਚਾ ਨੂੰ ਇਸ ਗੱਲੋਂ ਸਮੇਟ ਕੇ ਆਪਾਂ ਬ੍ਰੇਕ ਤੇ ਜਾਣਾ। ਕੀ ਤੁਹਾਨੂੰ ਲੱਗ ਰਿਹਾ ਕਿ ਅੱਜ ਦੀ ਇਹ ਸਥਿਤੀ ਦੇ ਵਿੱਚ ਸਿੱਖੀ ਲਈ ਵੱਡਾ ਖਤਰਾ ਬਣ ਗਿਆ ਨੇ ਆਹ ਸਾਰੇ ਮਸਲੇ? ਇਹ ਅਸਲ 'ਚ ਸਿੱਖੀ ਦੀ ਜਿਹੜੀ ਹੋਂਦ ਆ ਉਹ ਦੀਪਕ ਹੈ ਹੀ ਇਸ ਗੱਲ ਤੇ ਐਂਟੀ ਕਾਸਟ, ਐਂਟੀ ਕਲਾਸ। ਉਹ ਇਸੇ ਲਈ ਕੁਦਰਤ ਦੇ ਨੇੜੇ ਰਹਿਣਾ, ਰੱਬ ਦੀ ਰਜ਼ਾ 'ਚ ਰਹਿਣਾ, ਨੇਚਰ ਦੇ ਅਸੂਲਾਂ ਦੇ ਨੇੜੇ ਰਹਿਣਾ, ਔਰ ਜੀਵਨ ਨੂੰ ਸਿੰਪਲ ਰੱਖਣਾ। ਇੱਥੇ ਤੇ ਹੋੜ ਲੱਗੀ ਪਈ ਆ ਮੈਂ ਤੇਰੇ ਤੋਂ ਅੱਗੇ, ਪੈਸਾ ਇਕੱਠਾ ਕਰਨ ਦੀ, ਹਰ ਕਿਸਮ ਦੀ ਸ਼ਕਤੀ ਤੇ ਜੱਫਾ ਪਾਉਣ ਦੀ, ਹੇਰਾ ਫੇਰੀ ਦੀ, ਇਹ ਸਾਰੀਆਂ ਚੀਜ਼ਾਂ ਸਿੱਖੀ ਦੇ ਵਿਰੋਧ ਵਿੱਚ ਹੈ। ਅਸੀਂ ਫਿਰ 3 ਗੱਲਾਂ ਉਹਨਾਂ ਨੂੰ ਮਨਾ ਕੇ ਆਏ ਹਾਂ। ਪਹਿਲੀ ਗੱਲ ਕਿ ਇੱਕ ਇਸ ਮਸਲੇ ਦੇ ਉੱਤੇ ਚੰਡੀਗੜ੍ਹ 'ਚ ਸੈਮੀਨਾਰ ਹੋਊਗਾ ਜਾਂ ਕਿਤੇ ਵੀ ਹੋਊਗਾ, ਉਹਦੇ ਹੀ ਪ੍ਰਧਾਨਗੀ ਜਿਹੜੇ ਆ ਗਿਆਨੀ ਹਰਪ੍ਰੀਤ ਸਿੰਘ ਜੀ ਕਰਨਗੇ। ਉਹ ਕਹਿੰਦੇ ਜੀ 7 ਬਚਨ 20 ਅਕਤੂਬਰ ਨੂੰ, ਕਿਉਂਕਿ 20 ਅਕਤੂਬਰ ਨੂੰ ਇਸ ਗੱਲ ਨੂੰ ਤੋੜਨ ਲਈ ਸ਼ੁਰੂ ਹੋਇਆ ਸੀ 2020, ਹੁਣ 100 ਸਾਲ ਹੋ ਗਿਆ, ਉਹਦੀ ਸੈਂਟੇਨਰੀ ਹੈ। ਅਸੀਂ ਐਜ਼ ਏ ਸੈਂਟੇਨਰੀ ਦੇ ਤੌਰ ਤੇ ਜਾਤ ਪਾਤ ਤੋੜਨ ਦੇ ਜਿਹੜੇ ਮਸਲੇ ਦੇ ਉੱਤੇ ਇੱਕ ਮਾਰਚ ਕੱਢਾਂਗੇ, ਭਾਵੇਂ ਉਹ ਅਸੀਂ ਜਲਿਆਂਵਾਲੇ ਬਾਗ ਤੋਂ ਲੈ ਕੇ ਦਰਬਾਰ ਸਾਹਿਬ ਤੱਕ ਹੀ ਕੱਢੀਏ। ਉਸ ਦੇ ਵਿੱਚ ਉਸ ਮਾਰਚ ਦੀ ਅਗਵਾਈ ਜਾਤੀਗਤ ਇਹੋ ਜਿਹੀਆਂ ਜਿਹੜੇ ਵਿਤਕਰੇ ਆ ਉਹਦੇ ਵਿਰੁੱਧ ਅਗਵਾਈ ਜਿਹੜੀ ਹੈ ਉਹ ਗਿਆਨੀ ਹਰਪ੍ਰੀਤ ਸਿੰਘ ਜੀ ਕਰਨਗੇ। ਔਰ ਤੀਸਰੀ ਗੱਲ ਅਸੀਂ ਉਹਨਾਂ ਨੂੰ ਇਹ ਕਹਿ ਕੇ ਆਏਂਗੇ ਕਿ 400 ਸਾਲਾ ਜਿਹੜਾ ਗੁਰੂ ਤੇਗ ਬਹਾਦਰ ਜੀ ਦਾ ਸ਼ੁਰੂ ਹੋਣਾ ਹੈ ਹੁਣ, ਉਹਦੇ ਵਿੱਚ ਰੰਗਰੇਟਾ ਗੁਰੂ ਦਾ ਬੇਟਾ ਸੀਸ ਉਹ ਲੈ ਕੇ ਆਏ ਸੀ। ਆਪਾਂ ਉਸ ਗੱਲ ਨੂੰ ਹੁਣ ਯਾਦ ਕਰਦੇ ਹੋਏ ਕਿ ਇਹਨਾਂ ਦੀ ਸਿੱਖੀ ਦੀ ਅਸਲੀ ਸਿੱਖੀ ਇਹਨਾਂ ਕੋਲ ਹੋਣੀ ਚਾਹੀਦੀ ਹੈ। ਸਿੱਖੀ ਉਹਨਾਂ ਲੋਕਾਂ ਦੇ ਕਬਜ਼ੇ ਚੋਂ ਕੱਢ ਕੇ ਜਿਨ੍ਹਾਂ ਦੇ ਗੁਰੂ ਨਾਨਕ ਦੇਵ ਜੀ ਨੇ ਨਾ ਕੀਤੀ ਸੀ ਜਾਣ ਦੀ ਤੇ ਰੋਟੀ ਖਾਣ ਦੀ ਵੀ ਉੱਥੇ ਭੋਜ ਖਾਣ ਦੀ, ਹਾਂ ਬਿਲਕੁਲ, ਉਹਨਾਂ ਹੱਥਾਂ ਚੋਂ ਕੱਢ ਕੇ ਅਸਲੀ ਜਿਹੜੇ ਉਹਨਾਂ ਦੇ ਪੈਰੋਕਾਰ ਆ, ਵਾਰਸ ਆ, ਉਹਨਾਂ 'ਚ ਜਾਣੀ ਚਾਹੀਦੀ ਹੈ। ਅਸੀਂ ਉਸ ਨੂੰ ਵੀ ਇਸ ਗੱਲ ਦਾ ਐਂਟੀ ਜਿਹੜਾ ਦਲਿਤ ਇੱਥੇ ਧਾਰਾ ਬਣੀ ਹੋਈ ਹੈ ਸਿੱਖੀ 'ਚ, ਉਹਨੂੰ ਕੱਟਣ ਲਈ, ਘਟਾਉਣ ਲਈ ਉਸ 400 ਸਾਲੇ ਨੂੰ ਵੀ ਉਹਨਾਂ ਨੂੰ ਮਨਜ਼ੂਰੀ ਉਹਨਾਂ ਤੋਂ ਲਈ ਹੈ ਕਿ ਤੁਸੀਂ ਇਹਦੇ 'ਚ ਦਖਲ ਦੇਣਾ ਹੈ। ਤੇ ਇਹ ਗੱਲਾਂ ਕਰਕੇ ਅਸੀਂ ਉੱਥੇ ਮੈਂ ਬਹੁਤ ਗੰਭੀਰ ਮਸਲਾ ਹੈ, ਕਿਉਂਕਿ ਸਿੱਖ ਅਧਾਰਤ ਜੇਕਰ ਇਹ ਗੁਰੂ ਘਰਾਂ ਦੇ ਵਿੱਚ ਜਿਹੀਆਂ ਮਰਿਆਦਾ ਭੰਗ ਹੁੰਦੀਆਂ ਰਹਿਣਗੀਆਂ ਤਾਂ ਦਲਿਤ ਭਾਈਚਾਰਾ, ਗਰੀਬ ਭਾਈਚਾਰਾ, ਪਛੜੇ ਭਾਈਚਾਰਾ ਫਿਰ ਕਿਹੜੇ ਦਰ 'ਤੇ ਜਾਏਗਾ? ਕਿਉਂਕਿ ਇੱਕ ਸਿੱਖ ਇਸ ਢੰਗ ਨਾਲ ਧਰਮ ਸਾਹਮਣੇ ਆਇਆ ਸੀ ਜਿਹਦੇ ਵਿੱਚ ਕੋਈ ਧਰਮ ਨਹੀਂ, ਕੋਈ ਜਾਤ ਨਹੀਂ, ਕੋਈ ਵਿਤਕਰਾ ਨਹੀਂ, ਕੋਈ ਊਚ ਨਹੀਂ, ਕੋਈ ਨੀਚ ਨਹੀਂ। ਪਰ ਅੱਜ ਜੇਕਰ ਇੰਨੇ ਸਾਲਾਂ ਬਾਅਦ ਵੀ ਅਸੀਂ ਇੱਥੇ ਖੜ੍ਹੇ ਹਾਂ ਤਾਂ ਇਹ ਚਿੰਤਾ ਦਾ ਵਿਸ਼ਾ। ਪਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੋਰਾਂ ਨੇ, ਜਿਵੇਂ ਪ੍ਰੋਫੈਸਰ ਮਨਜੀਤ ਹੋਰਾਂ ਨੇ ਦੱਸਿਆ, ਕਿ ਉਹਨਾਂ ਨੇ ਬੜੀ ਗੰਭੀਰਤਾ ਨਾਲ ਗੱਲ ਵੀ ਸੁਣੀ ਤੇ ਪਹਿਰਾ ਦੇਣ ਦੀ ਵੀ ਕੋਸ਼ਿਸ਼ ਕੀਤੀ ਆ। ਸੋ ਆਸ ਤੇ ਉਮੀਦ ਕਰਦੇ ਹਾਂ ਕਿ ਸਿੱਖ ਧਰਮ ਦੇ ਜਿਹੜਾ ਪੈਮਾਨਾ ਹੈ, ਉਹਦਾ ਜੋ ਉੱਚਤਾ ਹੈ ਉਹਦੀ, ਉਸ ਨੂੰ ਕਾਇਮ ਰੱਖਣ ਲਈ ਇਸ ਮਸਲੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਜਿਹੀਆਂ ਤਰ੍ਹਾਂ ਸਰਗਰਮ ਹੋਣ ਤਾਂ ਕਿ ਜਾਤ ਪਾਤ ਦਾ ਪਾੜਾ ਜਿਹੜਾ ਸਿੱਖ ਧਰਮ ਨੂੰ ਖੋਰਾ ਲਾ ਰਿਹਾ ਹੈ ਉਸ ਤੋਂ ਬਚਿਆ ਜਾ ਸਕੇ। ਪਰ ਮਸਲਾ ਤਾਂ ਗੁਰੂ ਘਰਾਂ 'ਚ ਬੈਠੇ ਮਸੰਦਾਂ ਤੋਂ ਸ਼ੁਰੂ ਹੋਇਆ ਸੀ ਤੇ ਉਹ ਮਸੰਦ ਕੀ ਅੱਜ ਵੀ ਕਾਇਮ ਨੇ? ਕਿਉਂ ਕੇਸਗੜ੍ਹ ਸਾਹਿਬ ਦੇ ਵਿੱਚ ਲੰਗਰ 'ਚ ਬਣਦੀ ਦਾਲ ਰਹੀ ਤੇ ਬਿੱਲ ਸਬਜ਼ੀਆਂ ਦੇ ਆਉਂਦੇ ਰਹੇ। ਕੀ ਹੈ ਇਹ ਮਸਲਾ? ਗੁਰੂ ਘਰ ਦੀ ਗੋਲਕ ਦੇ ਹਵਾਲੇ ਨਾਲ ਜਦੋਂ ਪਰਚੀਆਂ ਦੀ ਗੱਲ ਹੁੰਦੀ ਹੈ, ਸੰਗਤ ਘੱਟ
ਪਰ ਪਲੇਟਾਂ ਵੱਧ ਕਿਵੇਂ ਧੁੱਤੀਆਂ ਗਈਆਂ, ਕੀ ਹੈ ਇਹ ਮਸਲਾ? ਕਿਵੇਂ ਸਬਜ਼ੀਆਂ ਦੇ ਬਿੱਲ 3-3 4-4 ਲੱਖ ਦੇ ਬਣ ਕੇ ਕੱਪੜਿਆਂ ਦੇ ਰੂਪ 'ਚ ਸਾਹਮਣੇ ਆਉਂਦੇ ਰਹੇ? ਗੁਰੂ ਘਰਾਂ 'ਚ ਕੀ ਅੱਜ ਵੀ ਮਸੰਦ ਕਾਇਮ ਨੇ? ਚਰਚਾ ਇਹਦੇ ਪਰ ਵੀ ਕਰਾਂਗੇ, ਪਰ ਸਮਾਂ ਇੱਕ ਛੋਟੀ ਜਿਹੀ ਬ੍ਰੇਕ ਦਾ, ਬ੍ਰੇਕ ਲਈ ਰੁਕਾਂਗੇ। ਹੁਣੇ ਪਰ ਤੁਸੀਂ ਵੇਖਦੇ ਰਹੋ ਵਿਜ਼ਨ ਪੰਜਾਬ TV। ਵਿਜ਼ਨ ਪੰਜਾਬ TV ਦੇਖ ਰਹੇ ਸਾਰੇ ਦਰਸ਼ਕਾਂ ਦਾ ਪ੍ਰੋਗਰਾਮ ਚਰਚਾ ਦਾ ਮੁੱਦਾ ਵਿੱਚ ਇੱਕ ਵਾਰ ਫਿਰ ਸਵਾਗਤ ਹੈ ਜੀ। ਪ੍ਰੋਫੈਸਰ ਮਨਜੀਤ ਸਿੰਘ ਹੋਰਾਂ ਨਾਲ ਆਪਾਂ ਗੱਲ ਕਰ ਰਹੇ ਹਾਂ ਗੁਰੂ ਘਰਾਂ ਦੇ ਵਿੱਚ ਜੋ ਮਸਲੇ ਆ ਰਹੇ ਨੇ ਹਾਲ ਹੀ ਵਿੱਚ, ਜਾਂ ਨਿਹੰਗ ਜਥੇਬੰਦੀਆਂ 'ਚ ਜੋ ਮਸਲੇ ਆਏ ਉਹਨਾਂ ਨੂੰ ਲੈ ਕੇ ਅਕਾਲ ਤਖਤ ਸਾਹਿਬ ਤੱਕ ਜਥੇਦਾਰ ਸਾਹਿਬ ਨੂੰ ਮਿਲਣ ਗਏ ਇੱਕ ਵਫਦ, ਤੇ ਉਸ ਵਫਦ ਦੇ ਵਿੱਚ ਪ੍ਰੋਫੈਸਰ ਮਨਜੀਤ ਸਿੰਘ ਹੋਰ ਵੀ ਸੀ। ਪ੍ਰੋਫੈਸਰ ਸਾਹਿਬ, ਜਿਹੜਾ ਤੁਸੀਂ ਮਾਮਲਾ ਧਿਆਨ 'ਚ ਲਿਆਂਦਾ ਜਥੇਦਾਰ ਸਾਹਿਬ ਦੇ, ਉਹਨਾਂ ਨੇ ਉਹਨੂੰ ਗੰਭੀਰਤਾ ਨਾਲ ਵੀ ਲਿਆ, ਉਹਨਾਂ ਦੇ ਪਹਿਲਾਂ ਧਿਆਨ 'ਚ ਵੀ ਉਹਦੇ ਪਰ ਲੱਗੇ ਹੋਏ ਵੀ ਨੇ, ਪਰ ਜਿਹੜੇ ਆਹ ਲਗਾਤਾਰ ਮਾਮਲੇ ਆਉਂਦੇ ਨੇ, ਕਦੇ ਪਾਵਨ ਸਰੂਪ ਗੁਰੂ ਸ਼੍ਰੋਮਣੀ ਕਮੇਟੀ ਦੀ ਹਦਾਇਤ 'ਚੋਂ ਹੀ ਗਾਇਬ ਹੋ ਜਾਣ, 167 ਦੇ ਕਰੀਬ ਕਹਿੰਦੇ ਕਿ ਜਿਹੜਾ ਉਹਨਾਂ ਦਾ ਪਬਲੀਕੇਸ਼ਨ ਵਿਭਾਗ ਆ ਉਹਦੇ ਵਿੱਚੋਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਗਾਇਬ ਨੇ। ਹੁਣ ਕਦੇ ਕਹਿੰਦੇ ਅਗਨ ਭੇਟ ਹੋ ਗਏ ਸੀ, ਡਰਦਿਆਂ ਨੇ ਨਹੀਂ ਦੱਸੇ, ਜਾਂ ਕੋਈ ਹੋਰ ਮਾਮਲਾ, ਉਹ ਰਾਜਨੀਤਿਕ ਰੂਪ ਵੀ ਲੈਂਦਾ ਜਾ ਰਿਹਾ। ਪਰ ਦੂਏ ਪਾਸੇ ਗੁਰੂ ਘਰਾਂ ਦੇ ਅੰਦਰ ਜਿਹੜਾ ਵੀ ਵਿਅਕਤੀ ਜਾਂਦਾ ਉਹ ਕਿਸੇ ਧਰਮ ਨਾਲ, ਜਾਤ ਨਾਲ, ਫਿਰਕੇ ਨਾਲ ਸੰਬੰਧਿਤ ਹੋਵੇ, ਇੱਕ ਸ਼ਰਧਾ ਲੈ ਕੇ, ਇੱਕ ਸ਼ਾਂਤੀ ਦੀ ਭਾਲ ਦੇ ਵਿੱਚ, ਇੱਕ ਸਕੂਨ ਦੀ ਭਾਲ ਦੇ ਵਿੱਚ, ਗੁਰੂ ਤੋਂ ਆਸ਼ੀਰਵਾਦ ਲੈ ਕੇ ਉਸ ਭਾਵਨਾ ਨਾਲ ਜਾਂਦਾ। ਤੇ ਉੱਥੇ ਜਿਹੜੇ ਤੈਨਾਤ ਕੀਤੇ ਮੁਲਾਜ਼ਮ ਨੇ ਉਹਨਾਂ ਲਈ ਉਹ ਧੰਦਾ ਬਣਦਾ ਜਾ ਰਿਹਾ। ਕਿ ਬਹੁ ਗਿਣਤੀ ਮੁਲਾਜ਼ਮਾਂ ਦੇ ਵਿੱਚ ਇਹ ਮਾਮਲੇ ਸਾਹਮਣੇ ਆਉਣਾ ਕਿ ਕਦੇ ਕੋਈ ਨਸ਼ੇ ਵਾਲਾ ਮਾਮਲਾ ਆ ਗਿਆ, ਕਦੇ ਕੋਈ ਕੁਛ ਮਸਲਾ ਆ ਗਿਆ, ਤੇ ਉਸ ਤੋਂ ਹੱਦ ਹੋ ਗਈ ਕਿ ਹੁਣ ਸਬਜ਼ੀਆਂ ਦੇ ਬਿੱਲ ਵੀ, ਇਹਦਾ ਮਤਲਬ ਜਦੋਂ ਕਰੋਨਾ ਨਹੀਂ ਸੀ ਤਦ ਵੀ ਇਹ ਕੱਪੜੇ ਹੁੰਦੇ ਹੋਣਗੇ, ਪਰ ਉਹ 'ਚ ਇੰਨੀ ਤਾਦਾਦ 'ਚ ਸੰਗਤ ਆਉਂਦੀ ਸੀ ਪਤਾ ਹੀ ਨਹੀਂ ਲੱਗਦਾ। ਹੁਣ ਪਤਾ ਲੱਗ ਗਿਆ ਕਿ ਸੰਗਤ ਆ ਨਹੀਂ ਰਹੀ, ਬਿੱਲ ਵੱਧ ਬਣ ਰਿਹਾ। ਕਹਿੰਦੇ ਸਬਜ਼ੀਆਂ ਦੇ ਬਿੱਲ 2-2 ਲੱਖ ਦਾ, ਤੇ ਆਉਣ ਵਾਲੀ ਸੰਗਤ ਉੱਥੇ ਗਿਣਤੀ 50-100 ਵੀ ਨਹੀਂ। ਕੇਸਗੜ੍ਹ ਸਾਹਿਬ ਦਾ ਜਿਹੜਾ ਇਹ ਮਾਮਲਾ ਆਇਆ, ਇਹਨੂੰ ਕਿਵੇਂ ਦੇਖਦੇ? ਕਿਉਂਕਿ ਅੱਜ ਵੀ ਗੁਰੂ ਘਰਾਂ 'ਚ ਮਸੰਦ ਕਾਇਮ ਨੇ। ਦੇਖੋ, ਜੇ ਮਸੰਦ ਤੇ ਕਿਸ ਪੱਧਰ ਦੇ ਹੈਗੇ ਆ, ਉਹ ਤੇ ਆਪਾਂ ਜਿਸ ਤਰ੍ਹਾਂ ਜੇ ਕਹੀਏ ਤੇ ਫਿਰ ਉਹ ਨਿਹੰਗ ਸਿੰਘਾਂ ਵੱਲੋਂ ਦਲਿਤ ਜਿਹੜੇ ਸਮੁਦਾਇ ਦੇ ਹੈਗੇ, ਕਦੀ ਇਹ ਕੇਸ ਉੱਠਣਾ ਹੀ ਨਹੀਂ ਸੀ ਚਾਹੀਦਾ। ਕਿਸੇ ਨਾ ਕਿਸੇ ਰੂਪ 'ਚ ਤੇ ਸਾਡੇ ਨਿਗਾਰ ਤੇ ਆਇਆ, ਇਹਦੇ 'ਚ ਕੋਈ ਦੋ ਰਾਏ ਨਹੀਂ ਹੈ। ਜਾਂ ਇੰਝ ਕਹਿ ਲਓ ਤੁਸੀਂ ਕਿ ਮਨੂਵਾਦ ਦੀ ਪਕੜ ਹੌਲੀ ਹੌਲੀ ਸਾਡੇ ਤੇ ਬੈਠੀ ਹੈ। ਜਿੱਥੇ ਤੁਸੀਂ, ਮੈਂ ਨਿੱਕੀ ਜਿਹੀ ਗੱਲ ਕਹਿ ਦਿਆਂ ਕਿ ਜਿਹੜੇ ਗੁਰਦੁਆਰੇ ਪਿਛਲੀ ਸੈਗਮੈਂਟ 'ਚ ਅਸੀਂ ਗੱਲ ਕਰ ਰਹੇ ਸੀਗੇ, ਕੁਝ ਤੇ ਜਾਤੀ ਤੇ ਕੁਝ ਸਾਡੇ ਇਹੋ ਜਿਹੇ ਵੀ ਇੱਥੇ ਸੈਕਟ ਬਣੇ ਆ ਜਿਹੜੇ ਸਿੱਧੇ ਤੋਂ ਸਿੱਧੇ ਸੈਂਟਰ ਵੱਲੋਂ ਇੰਟਰਵੀਨ ਕਰਕੇ ਬਣਾਏ ਜਾਂਦੇ ਆ, ਉਹ ਜਿਹੜੇ RSS ਕੰਟਰੋਲਡ ਆ, ਦੇਖਣ ਨੂੰ ਸਿੱਖ ਲੱਗਦੇ ਆ, ਭਾਈਚਾਰਾ ਵੀ ਸਿੱਖ ਲੱਗਦਾ ਆ, ਪਰ ਅੰਦਰੋਂ ਜਿਹੜੇ ਬਾਣਾ ਸਾਰਾ ਸਿੱਖੀ ਆ, ਅੰਦਰੋਂ ਖਾਕੀ ਨਿੱਕਰ ਅੰਦਰ ਕਸ਼ਹਿਰੇ ਦੀ ਜਗ੍ਹਾ ਖਾਕੀ ਨਿੱਕਰ। ਇਸ ਕਰਕੇ ਉਹ ਵੀ ਮਤਲਬ ਜਿਹੜੀ ਇਹ ਸਾਡੀ ਤਾਕਤ ਨੂੰ, ਇਹ ਬੜੇ ਮਤਲਬ ਅਜੀਬ ਪਰਿਸਥਿਤੀ ਬਣ ਜਾਂਦੀ ਹੈ। ਇੱਕ ਪਾਸੇ ਅਸੀਂ ਕਮਜ਼ੋਰੀਆਂ ਨੂੰ ਗਿਣ ਰਹੇ ਹਾਂ, ਪਰ ਸੈਂਟਰ 'ਚ ਬੈਠੇ ਇੰਨੀ ਕਮਜ਼ੋਰ ਸਮੁਦਾਇ ਜਿਹਨੂੰ ਅਸੀਂ ਮੰਨਦੇ ਹਾਂ, ਉਹਦੀ ਤਾਕਤ ਤੋਂ ਇੰਨੇ ਡਰਦੇ ਆ ਕਿ ਵਿੱਚ ਇਹੋ ਜਿਹਾ ਉਹ ਕੋਈ ਨਾ ਕੋਈ ਸਾਡੇ ਪਾਉਣ ਲਈ, ਸਾਨੂੰ ਤੋੜਨ ਲਈ, ਕਮਜ਼ੋਰ ਕਰਨ ਲਈ ਇੰਸਟੀਟਿਊਸ਼ਨ ਖੜੇ ਕਰਕੇ ਲੋਕਾਂ ਨੂੰ ਅਲੱਗ-ਅਲੱਗ ਜਗ੍ਹਾ ਦੇ ਉੱਤੇ ਤੋੜਦੇ ਰਹਿੰਦੇ ਆ। ਇਸੇ ਹੀ ਤਰੀਕੇ ਨਾਲ ਮੈਨੂੰ ਲੱਗਦਾ ਕਿ ਇਹ ਕਮਜ਼ੋਰੀਆਂ ਜਿਹੜੀਆਂ ਤੁਸੀਂ ਕਹਿ ਰਹੇ ਆ SGPC ਦੀਆਂ ਆਈਆਂ ਆ, ਉਹਦਾ ਮੂਲ, ਉਹਦਾ ਕਾਰਨ ਇਹ ਹੈ ਕਿ SGPC ਦੀ ਜਿਹੜੀ ਸਵੈਤਤਾ ਸੀਗੀ, ਉਹਦਾ ਰਾਜਨੀਤਿਕ ਪਾਰਟੀਆਂ ਦੇ ਪੇਟ ਚੜ ਜਾਣਾ, ਉਹਨਾਂ ਦੇ ਥੱਲੇ ਲੱਗ ਜਾਣਾ। ਬਿਲਕੁਲ। ਤੇ ਰਾਜਨੀਤਿਕ ਪਾਰਟੀਆਂ ਨੂੰ ਤੇ ਦੇਖੋ, ਉਹਨਾਂ ਦਾ ਜਿਹੜਾ ਕੁਕਰਮੀ ਕਰਮ ਆ, ਜੇ ਉਹਨਾਂ ਨੂੰ ਤਾਂ ਰੋਟੀ ਹਜਮ ਨਹੀਂ ਹੁੰਦੀ, ਜੇ ਸ਼ਾਮ ਤੱਕ 50-100 ਲੱਖ ਰੁਪਈਆ ਜਾਂ ਕਰੋੜ ਰੁਪਈਆ ਉਹ ਗਲਤ ਤਰੀਕੇ ਨਾਲ ਜਿਹੜੇ ਮੇਨ ਮੁੱਖ ਲੀਡਰ ਆ, ਜੇ ਇੰਨਾ ਕੁ ਖਜ਼ਾਨੇ 'ਚ ਨਾ ਪਾ ਲੈਣ ਤੇ ਉਹਨਾਂ ਨੂੰ ਸ਼ਾਮ ਤੱਕ ਰੋਟੀ ਨਹੀਂ ਹਜਮ ਹੁੰਦੀ। ਉਹਨਾਂ ਨੂੰ ਲੱਗਦਾ ਇਹੀ ਉਹਨਾਂ ਦਾ ਧਰਮ ਆ। ਹੁਣ ਇਹੋ ਜਿਹੇ ਲੋਕਾਂ ਦੀ ਮਤਹਿਤ ਜਦੋਂ ਇਹੋ ਜਿਹੇ ਪਵਿੱਤਰ ਤੇ ਜਿਹੜੇ ਹਿਸਟੋਰਿਕ ਇੰਸਟੀਟਿਊਸ਼ਨ ਉਹਦੀ ਦੀ ਅਧੀਨਗੀ ਪ੍ਰਵਾਨ ਕਰਕੇ ਚੱਲਣਗੇ ਤੇ ਅਸਰ ਤੇ ਜਾਊਗਾ। ਅਸਲੀ ਗੱਲ ਤੇ ਇਹ ਹੈਗੀ, ਕਿਉਂਕਿ ਇਹ ਆਪਣੀ ਜਿਹੜੀ ਆਟੋਨਮੀ ਸੀ, ਜਿਹੜੀ ਉਹ ਮਤਲਬ ਮੈਂ ਸਪਸ਼ਟ ਸ਼ਬਦਾਂ 'ਚ ਜਾਣਨਾ ਚਾਹਾਂ ਕਿ ਤੁਸੀਂ ਇਹ ਮੰਨ ਕੇ ਚੱਲ ਰਹੇ ਹੋ ਕਿ ਗੁਰੂ ਘਰਾਂ 'ਚ ਜੇ ਕੱਪੜੇ ਹੁੰਦੇ ਨੇ ਉਹਦੇ ਪਿੱਛੇ ਵੀ ਰਾਜਨੀਤਿਕ ਸ਼ੈ ਹੁੰਦੀ ਹੈ? ਸ਼ੈ ਦੇ ਨਾਲੋਂ ਮੈਂ ਇਹ ਗੱਲ ਇਹ ਕਹਿ ਦੇਵਾਂ ਕਿ ਜਿਹੜਾ ਇੰਸਟੀਟਿਊਸ਼ਨ ਉਹ ਹਾਈਜੈਕ ਜਦੋਂ ਰਾਜਨੀਤਿਕ ਪਾਰਟੀਆਂ ਵੱਲੋਂ ਕਰ ਲਿਆ ਜਾਂਦਾ, ਤੇ ਉਹ ਜਿਹੜਾ ਕਲਚਰ ਆ ਕਰਪਸ਼ਨ ਦਾ ਕਲਚਰ, ਉੱਥੇ ਤੇ ਇਸ ਗੱਲ ਦੀ ਬੜੀ ਸੋਭਾ ਆ। ਜਿਹੜਾ ਕਰਪਸ਼ਨ ਨਹੀਂ ਕਰ ਪਾਉਂਦਾ ਪੋਲੀਟੀਕਲ ਪਾਰਟੀ 'ਚ, ਉਹਨੂੰ ਕਹਿੰਦੇ ਤੂੰ ਫੇਲ ਆ, ਤੂੰ ਤੇ ਸਾਨੂੰ ਵੀ ਮਰਵਾਏਗਾ, ਇਹਨੂੰ ਕਰੋ ਬਾਹਰ। ਇਹ ਜਿਹੜਾ ਪੈਸੇ ਨਹੀਂ ਕਮਾਉਂਦਾ ਉਹਨੇ ਕਰਨਾ ਕੀ ਆ? ਇਸ ਕਰਕੇ ਇਹ ਜਿਹੜਾ ਉਹਦਾ ਅਸਰ ਸਿੱਧਾ ਹੀ ਸਿੱਧਾ ਵੀ ਜਿਹੜੇ ਇਹ ਬੰਦੇ ਜਿਹੜੇ ਅਸਲ 'ਚ ਸੰਸਥਾ ਨੂੰ ਕੰਟਰੋਲ ਕਰਦੇ, ਉਹ ਧਾਰਮਿਕ ਅਪਰਾਈਟ ਇਮਾਨਦਾਰ ਲੋਕ ਨਹੀਂ ਕਰਦੇ, ਤੇ ਕਰਦੇ ਆ ਤੇ ਉਹ ਫਿਰ ਹੌਲੀ ਹੌਲੀ ਉਹਦਾ ਅਸਰ, ਉੱਥੇ ਲੀਡਰ ਵੀ ਉਹੋ ਜਿਹੇ ਕਮਜ਼ੋਰ ਆ ਜਾਂਦੇ ਆ। ਉਹ
ਗਾਂ ਤੋਂ ਗਾਂ ਜਿਹੜੀ ਭਰਤੀਆਂ ਸਿਫਾਰਸ਼ੀ ਹੋ ਜਾਂਦੀਆਂ, ਰਾਜਨੀਤਿਕ ਲੋਕਾਂ ਦੇ ਕਹਿਣ ਤੇ ਭਰਤੀਆਂ ਹੋ ਜਾਂਦੀਆਂ। ਜਿਹਦੇ ਕਹਿਣ ਤੇ ਸਿਫਾਰਸ਼ ਨਾ ਭਰਤੀ ਹੋਣੀ ਤੇ ਆਊਗਾ ਵੀ ਤੇ ਉਹੋ ਜਿਹਾ ਹੀ ਬੰਦਾ ਆਊਗਾ। ਉਹਦੇ ਕ੍ਰਾਈਟੇਰੀਆ ਭਰਤੀ ਕਰਨ ਦੇ ਕੋਈ ਧਾਰਮਿਕ ਨਹੀਂ ਹੋਣਗੇ, ਇਹਨਾਂ ਦੀ ਸ਼ਰਧਾ ਨਹੀਂ ਆਉਂਦੇ ਉਹ। ਬਿਲਕੁਲ ਨਹੀਂ। ਕਿਸੇ ਨੂੰ ਨੌਕਰੀ ਮਿਲ ਜਾਂਦੀ ਆ, ਕਿਸੇ ਨੂੰ ਠੀਆ ਮਿਲ ਜਾਂਦਾ, ਬੇਰੁਜ਼ਗਾਰੀ ਹੈਗੀ ਆ, ਕੁਛ ਆਇਡੈਂਟੀਟੀ ਮਿਲ ਜਾਂਦੀ ਆ ਕਿ ਦੇਖੋ ਜੀ ਅਸੀਂ ਸਿੱਖ ਘਰ ਦੇ ਉੱਥੇ ਐਡੇ ਵੱਡੇ ਅਸਥਾਨ ਨਾਲ, ਗੁਰੂ ਘਰ ਦੇ ਨਾਲ ਸੇਵਾਦਾਰ ਆ, ਜੁੜੇ ਹੋਏ ਆ, ਤੇ ਉਹ ਵੀ ਕੋਈ ਦਵੰਦ ਨਹੀਂ ਰਹਿੰਦਾ ਤੇ ਕੰਮ ਵੀ ਚੱਲੀ ਜਾਂਦਾ। ਹੁਣ ਇੱਥੇ ਦਾ ਜਿਹੜਾ ਤੁਸੀਂ ਕੇਸ ਕਰਦਾ ਕੰਕਰੀਟ ਕੇਸ ਹੈਗਾ, ਬਿੱਲ ਬਣਾ ਤੇ 2.5 ਲੱਖ ਦੇ, ਤੇ ਪੈਸੇ ਆਏ ਗੋਲਕ ਚ ਲੱਖ ਰੁਪਈਆ, ਕਿਉਂਕਿ ਹੈ ਨਾ। ਹੁਣ ਉਹ ਕਹਿੰਦੇ ਆ ਵੀ ਪੈਸਾ ਚੜਾਵਾ ਤੇ ਚੜਿਆ ਲੱਖ, ਇਹਨਾਂ ਨੇ 1.5 ਲੱਖ ਕਿਤੇ ਅੰਮ੍ਰਿਤਸਰ ਨੂੰ ਭੇਜ ਦਿੱਤਾ ਹੋਣਾ ਕਿ ਸਾਨੂੰ ਜੀ ਘਾਟਾ ਪੈ ਗਿਆ, ਸਾਡਾ 1.5 ਲੱਖ ਕਰੋ। ਉਹਨਾਂ ਨੂੰ ਹੈਰਾਨੀ ਇਹ ਹੋਈ ਹੋਣੀ ਹੈ ਕਿ ਸਾਨੂੰ ਤੇ ਪੈਸੇ ਕੇਸਗੜ੍ਹ ਸਾਹਿਬ ਤੋਂ ਐਸਜੀਪੀਸੀ ਨੂੰ ਮਦਦ ਆਉਂਦੀ ਹੈ, ਸਾਰਾ ਖਾਣ ਪੀਣ ਦਾ ਖਰਚੇ ਕੱਟ ਕੇ ਕਈ ਕਰੋੜ ਰੁਪਏ ਜ਼ਰੂਰ ਬਚ ਕੇ ਜਾਂਦੇ ਆ, ਤੇ ਸਾਡੀ ਮਦਦ ਹੁੰਦੀ ਇੰਸਟੀਟਿਊਸ਼ਨ ਦੀ, ਇੱਥੋਂ ਹੀ ਪੈਸੇ ਜਾਣੇ ਆ। ਇਹ ਉਲਟਾ ਮੰਗਣ ਆ ਗਏ, ਕਹਿੰਦੇ ਪਤਾ ਤੇ ਕਰੋ ਇੱਥੇ ਹੋ ਕੀ ਰਿਹਾ। ਉਹਨਾਂ ਨੇ ਫਿਰ ਸਾਰੀ ਗੱਲ ਦਾ ਪਰਦਾ ਖੋਲ ਦਿੱਤਾ ਵੀ ਇਹੋ ਜਿਹੇ ਬੰਦੇ ਸਾਨੂੰ ਚਾਹੀਦੇ ਨਹੀਂ ਹੈ। ਔਰ ਸਬਜ਼ੀਆਂ ਮਤਲਬ ਪੱਕੀ ਗਈਆਂ, ਲੰਗਰ ਵੀ ਪੱਕੀ ਗਿਆ, ਜਦ ਕਿ ਖਾਣ ਵਾਲੇ ਹੈ ਹੀ ਨਹੀਂ ਸੀ। ਇੱਕ ਗੱਲ ਦੀ ਜ਼ਰੂਰ ਹੈਰਾਨੀ ਹੁੰਦੀ ਹੈ ਦੀਪਕ ਜੀ ਕਿ ਜਦ ਇਹਨਾਂ ਕੋਲ ਸੀਏ ਹੈਗਾ ਜਿਹੜਾ, ਉਹ ਕੀ ਆਪਣੇ ਆਪ 'ਚ ਮਸਲਾ ਹੈ ਕਿ ਫਿਰ ਉਹ ਆਡਿਟ ਕਿਉਂ ਨਹੀਂ ਹੁੰਦਾ। ਇਹ ਜੇ ਸ਼੍ਰੋਮਣੀ ਕਮੇਟੀ ਨੇ ਜਾਂਚ ਕਰਾਉਣੀ ਹੈ ਕਮੇਟੀਆਂ ਬਿਠਾ ਕੇ, ਫਿਰ ਉਹ ਸੀਏ ਕਾਹਦੇ ਲਈ ਰੱਖਿਆ। ਹੁਣ ਇਹ ਗੱਲ ਤੇ ਡਾਊਟ ਵੀ ਹੋ ਜਾਂਦਾ ਕਈ ਵਾਰੀ ਕਿ ਕੀ ਕਿਤੇ ਇਹਦੇ 'ਚ ਰਾਜਨੀਤੀ, ਐਸਜੀਪੀਸੀ ਦੀ ਅੰਦਰੂਨੀ ਰਾਜਨੀਤੀ ਤੇ ਨਹੀਂ, ਜਾਂ ਕਿਸੇ ਰਾਜਨੀਤਿਕ ਬੰਦੇ ਨੇ ਕਿਸੇ ਨੇ ਅੱਖ ਦਿਖਾਤੀ ਹੋਵੇ, ਜਿਵੇਂ ਪੈਰਲਲ 5 ਪਿਆਰੇ ਵੀ ਇੱਕ ਵਾਰੀ ਖੜੇ ਹੋ ਗਏ ਸੀ ਤੇ ਉਹਨਾਂ ਨੂੰ ਇਹਨਾਂ ਨੇ ਬਦਲ ਦਿੱਤਾ ਸੀਗਾ। ਫਿਰ ਇਸ ਕਰਕੇ ਕੋਈ ਇਹੋ ਜਿਹੀ ਪਿੱਛੋਂ ਤੇ ਨਹੀਂ ਗੱਲ ਕਿ ਇਹਨਾਂ ਨੂੰ, ਕਿਉਂਕਿ ਦੇਖੋ ਜੇ ਤੁਸੀਂ ਪ੍ਰੂਵ ਕਰਨਾ ਹੋਵੇ ਤੇ ਕਿਸੇ ਤਰੀਕੇ ਨਾਲ ਕਰ ਸਕਦੇ। ਇਹ ਐਸਜੀਪੀਸੀ ਦੇ ਜਿਹੜੇ ਇੰਟਰਨਲ ਆਡਿਟਿੰਗ ਆਪਣੀ ਇੰਸਪੈਕਟਰਾਂ ਨੇ ਜਾ ਕੇ ਰਿਪੋਰਟ ਦਿੱਤੀ ਹੈ, ਜਿਨ੍ਹਾਂ ਨੂੰ ਸਮਝਾਇਆ ਗਿਆ ਉਹਨਾਂ ਨੇ ਜਾ ਕੇ ਰਿਪੋਰਟ ਦੇ ਦਿੱਤੀ ਹੈ, ਸਸਪੈਂਡ ਹੋ ਗਏ। ਉਹਦੀ ਜਗ੍ਹਾ ਹੁਣ ਕੁਝ ਨਵੇਂ ਲਾਤੇ। ਇਸ ਕਰਕੇ ਮੈਨੂੰ ਲੱਗਦਾ ਕਿ ਇਹ ਪ੍ਰੋਫੈਸ਼ਨਲੀ ਜਿਹੜੀ ਜਿਸ ਤਰ੍ਹਾਂ ਸੀਏ ਜਾਂ ਹੋ ਰਿਹਾ ਪ੍ਰੋਪਰ ਜਿਹੜੀ ਅਥੈਂਟੀਕੇਟਡ, ਹਾਲਾਂਕਿ ਸੀਏ ਵੀ ਤੁਸੀਂ ਜਾਣਦੇ ਆ ਜਿਹਨੇ ਜਿੱਥੋਂ ਪੈਸਾ ਲੈਣੇ ਆ ਉਧਰ ਨੂੰ ਬਣਾ ਦੇਣਗੇ। ਬਹੁਤ ਸਾਡੀ ਇਹ ਵੱਡੀ ਦਿੱਕਤ ਹੈਗੀ ਇੰਸਟੀਟਿਊਸ਼ਨ ਦੀ, ਪਰ ਫਿਰ ਵੀ ਮੇਰਾ ਖਿਆਲ ਹੈ ਕਿ ਉਸ ਦੀ ਸਾਹਿਬ ਜਿਹੜੀ ਗੱਲ ਵੱਲ ਇਸ਼ਾਰਾ ਕਰ ਰਹੇ ਹੋ ਕਿ ਕਿਤੇ ਕੋਈ ਰਾਜਨੀਤੀ, ਅੰਦਰ ਦੀ ਰਾਜਨੀਤੀ ਤਾਂ ਨਹੀਂ, ਮੈਂ ਇਹਨੂੰ ਥੋੜ੍ਹੀ ਜਿਹੀ ਬਾਹਰ ਦੀ ਰਾਜਨੀਤੀ ਵੀ ਦੇਖਦਾ, ਚਾਹੇ ਉਹ ਕੇਸਗੜ੍ਹ ਸਾਹਿਬ ਵਾਲਾ ਮਾਮਲਾ, ਚਾਹੇ ਉਹ ਦਰਬਾਰ ਸਾਹਿਬ ਦੀ ਸ਼੍ਰੋਮਣੀ ਕਮੇਟੀ ਦੇ ਅਧਿਕਾਰ ਖੇਤਰ 'ਚੋਂ ਪਾਵਨ ਸਰੂਪਾਂ ਦਾ ਗਾਇਬ ਹੋਣ ਦਾ ਮਾਮਲਾ, ਕਿ ਤੁਹਾਨੂੰ ਲੱਗਦਾ ਕਿ ਇਹ ਦੋਵੇਂ ਚੀਜ਼ਾਂ ਦਾ ਅਸਰ ਇਸ ਸ਼੍ਰੋਮਣੀ ਕਮੇਟੀ ਤੇ ਕਾਬਜ਼ ਰਾਜਨੀਤਿਕ ਧਿਰਤੇ 'ਤੇ ਪਏਗਾ ਕਿ ਆਉਣ ਵਾਲੀਆਂ ਚੋਣਾਂ ਤੱਕ? ਪਹਿਲਾਂ ਹੀ ਪੁਰਾਣੇ ਬੇਅਦਬੀਆਂ ਦਾ ਮਾਮਲਾ ਅਜੇ ਸਾਡੇ ਮਨਾਂ 'ਚੋਂ ਗਿਆ ਨਹੀਂ, ਉਹ ਦੁੱਖ ਪੀੜ ਅਜੇ ਵੀ ਖੜੀ ਆ, ਉਹ ਰੋਸਾ ਜਿਹੜਾ ਅਕਾਲੀ ਦਲ ਖਿਲਾਫ ਸੀ ਉਹ ਕਾਂਗਰਸ ਖਿਲਾਫ ਵੀ ਖੜਾ ਹੋ ਗਿਆ ਕਿ ਇਹਨੇ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ। ਪਰ ਫਿਰ ਹੁਣ ਸਾਹਮਣੇ ਆਉਣ ਲੱਗਾ ਕਿ ਬੀੜਾਂ ਵੀ ਗਾਇਬ ਨੇ, ਗੁਰੂ ਘਰਾਂ 'ਚ ਘਪਲੇ ਵੀ ਹੋ ਰਹੇ ਨੇ, ਕਿ ਉਹਦਾ ਵੀ ਅਸਰ ਸ਼੍ਰੋਮਣੀ ਕਮੇਟੀ ਤੇ ਕਾਬਜ਼ ਸ਼੍ਰੋਮਣੀ ਅਕਾਲੀ ਦਲ ਤੇ ਤਾਂ ਨਹੀਂ ਪਏਗਾ ਚੋਣ ਵਾਲੇ ਸਮੇਂ 'ਚ? ਉਹ ਤੇ ਪਿਆ ਹੀ ਹੈ। ਉਹ ਤੇ ਲੋਕ ਦੇਖੋ, ਲੋਕ ਦੋ ਇਹਨਾਂ ਨੂੰ ਅਲੱਗ-ਅਲੱਗ ਨਹੀਂ ਦੇਖਦੇ। ਉਹਦਾ ਕਾਰਨ ਹੈ ਦੀਪਕ ਬੜਾ ਸਾਹਿਬ ਆ ਕਿ ਚੋਣਾਂ ਹੁੰਦੀਆਂ, ਚੋਣਾਂ ਪੋਲੀਟੀਕਲ ਬੰਦੇ ਲੜਦੇ ਆ, ਇਹਨਾਂ ਦੇ ਪਾਰਟੀ ਦੇ ਬੰਦੇ ਲੜਦੇ ਆ। ਇਸ ਵੇਲੇ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਤੇ ਲੀਡਰ ਆ, ਉਹ ਦੇ ਆਰ ਫ੍ਰੀ ਟੂ ਕੰਟੈਸਟ ਇਲੈਕਸ਼ਨ, ਉਹੀ ਮੈਜੋਰਿਟੀ 'ਚ ਅੰਦਰ ਬੈਠੇ ਆ। ਉਹ ਐਮਐਲਏ ਵੀ ਬਣੇ ਹੁੰਦੇ ਆ, ਉਧਰ ਐਮਐਲਏ ਚੋਣ ਵੀ ਲੜ ਰਹੇ ਹੁੰਦੇ ਆ, ਸ਼੍ਰੋਮਣੀ ਕਮੇਟੀ ਦੇ ਮੈਂਬਰ ਦੀ ਚੋਣ। ਮੈਂ ਕਹਿੰਦਾ ਲੌਂਗੋਵਾਲ ਹੁਣੀ ਤਾਂ ਆ ਕੇ ਉਹਦੇ ਜਿਹੜੀ ਉਹਨਾਂ ਦੀ ਕਮੇਟੀ, ਕੋਰ ਕਮੇਟੀ, ਉਹਦੇ ਮੈਂਬਰ ਹੈਗੇ, ਤਾਂ ਫਿਰ ਫਰਕ ਕੀ ਹੈ? ਇਸ ਕਰਕੇ ਤੁਸੀਂ ਜਿਹੜਾ ਕਹਿੰਦੇ ਅਸਰ, ਪਰ ਮੈਂ ਸਵਾਲ ਤੇ ਇਹ ਆ ਕਿ ਜੇ ਇਹ ਤੇ ਕਿਸੇ ਚੀਜ਼ ਦੀ ਜਿਹੜੀ ਜ਼ਹਿਰ ਹੈ ਡੱਕਿਆਂ ਨਾ ਖਾਣ ਵਾਲੀ ਆ, ਉੱਥੇ ਤੇ ਚਮਚਿਆਂ ਨਾਲ ਖਾਂਦੇ ਆ। ਇਸ ਕਰਕੇ ਅਸਰ ਤੁਸੀਂ ਮੈਨੂੰ, ਇੱਕ ਗੱਲ ਦਾ ਅਸਰ ਜ਼ਰੂਰ ਹੁੰਦਾ ਕਿ ਇਹ ਜਿਹੜੇ ਸਾਡੇ ਧਾਰਮਿਕ ਪਵਿੱਤਰ ਸਥਾਨ ਜਿਨ੍ਹਾਂ ਨੂੰ ਮੰਨਦੇ ਆ, ਇੱਥੋਂ ਜੀਵਨ ਜਾਚ ਸਿੱਖਣ ਲਈ ਆਉਣਾ। ਇੱਥੇ ਜਿਹੜਾ ਰਾਜਨੀਤੀ 'ਚ ਗੰਦ ਚਿੰਬੜਦਾ ਆ, ਉਹ ਧੋ ਕੇ ਸਰੋਵਰ ਤੇ ਪਵਿੱਤਰ ਸਰੋਵਰ 'ਚ ਨਹਾ ਕੇ ਅਰਦਾਸ ਕਰਕੇ ਅਸੀਂ ਆਪਣੇ ਆਪ ਨੂੰ ਸਵੱਛ ਕਰਨਾ ਹੁੰਦੇ। ਤੇ ਜੇ ਉੱਥੇ ਵੀ ਅੱਗੇ ਤੁਹਾਨੂੰ ਲੱਗੇ ਕਿ ਪਾਣੀ ਜਿਹੜਾ ਉਸ ਕਿਸਮ ਦਾ ਤੁਹਾਡਾ ਸਾਰਾ ਇਹ ਹਾਲਾਤ ਠੀਕ ਨਹੀਂ ਹੈ ਕਿ ਉਹ ਸਰੋਵਰ ਪਵਿੱਤਰ ਨਹੀਂ ਰਿਹਾ, ਉਹਦੇ ਵਿੱਚ ਵੀ ਕੋਈ ਇਹੋ ਜਿਹੀ ਗੱਲ ਪੈ ਗਈ, ਜ਼ਹਿਰ ਪੈ ਗਈ ਹੈ ਕਰਪਸ਼ਨ ਦੀ, ਜਾਂ ਜਿਹੜੇ ਸਾਡੇ ਉੱਥੇ ਭਾਈ ਜੀ ਬੈਠੇ ਆ ਜਿਹੜੇ ਸਾਨੂੰ ਪ੍ਰਚਾਰ ਕਰ ਰਹੇ ਆ, ਸਾਨੂੰ ਸਰਮਨ ਦੇ ਰਹੇ ਆ, ਪਰ ਉਹਨਾਂ ਦਾ ਆਪਣਾ ਜੀਵਨ ਜਾਚ ਜਿਹੜੀ ਆ ਉਹ ਆਈਡੀਅਲ ਨਹੀਂ ਹੈ, ਕਿਤੇ ਨਾ ਕਿਤੇ ਹੋਰ ਗੱਲਾਂ ਹੈਗੀਆਂ ਆ, ਤਾਂ ਫਿਰ ਇਹ ਬੜੀ ਨਿਰਾਸ਼ਾ ਵਾਲੀ ਗੱਲ ਹੋਊਗੀ। ਔਰ ਜਿਹੜਾ ਇੱਕ ਸਿੱਖ ਸੰਸਥਾਵਾਂ ਆ, ਜਿਹੜਾ ਇੱਕ ਬਹੁਤ ਰੀਸੈਂਟ ਕਿੰਨਾ 500 ਸਾਲ ਦਾ ਇਤਿਹਾਸ, ਕੋਈ ਖਾਸ ਨਹੀਂ ਹੁੰਦਾ, ਉਹ ਜਿਹੜੀ ਸਾਨੂੰ ਇੱਕ ਰੇ ਆਫ ਹੋਪ ਇਸ ਐਡੇ ਵੱਡੇ ਭਾਰਤ 'ਚ 135 ਕਰੋੜ ਦੀ ਆਬਾਦੀ 'ਚ, ਇਹ ਇੱਕ ਬਹੁਤ ਹੀ ਸਟਰੋਂਗ ਮੂਵਮੈਂਟ ਔਰ ਸਮਾਜਿਕ ਤੇ ਆਰਥਿਕ ਆਧਾਰ ਤੇ ਜੀਵਨ ਜਾਚ ਦਾ ਆਧਾਰ ਜਿਹੜਾ ਬਿਲਕੁਲ ਅਲੱਗ ਹੈ, ਉਹ ਸਿਖਾ ਕੇ ਗਏ ਆ। ਉਹਦਾ ਪਹਿਲਾਂ ਹੀ ਬੜਾ ਢਾਂਚਾ ਤੇ ਹਿੱਲਿਆ ਪਿਆ, ਸੋਚ ਦਾ ਵੀ, ਅਪਰੋਚ ਦਾ ਵੀ, ਆਧਾਰ, ਸਮਾਜਿਕ ਆਧਾਰ ਦਾ ਵੀ।
ਪਰ ਜੇ ਸੰਸਥਾਨ ਜਿੱਥੋਂ ਇਹ ਆਵਾਜ਼ ਲਗਾਤਾਰ ਅੱਗੇ ਤੁਰਨੀ ਹੈ, ਜਿੱਥੋਂ ਇਹ ਤੁਹਾਡੀ ਉਮੀਦ ਦੀ ਜਿਹੜੀ ਹੈ ਨਾ, ਲਾਈਟ ਹਾਊਸ ਜਿਹਨੂੰ ਕਹਿੰਦੇ ਆ, ਜੇ ਲਾਈਟ ਹਾਊਸ ਦੀ ਬਿਜਲੀ ਚਲੇ ਗਈ ਜਾਂ ਉਹਦਾ ਦੀਵਾ ਬੁਝ ਗਿਆ, ਫਿਰ ਤੇ ਜਹਾਜ਼ ਜਿਹੜੇ ਸਮੁੰਦਰੀ ਆ ਉਹ ਕਿਤੇ ਭੜਕ ਜਾਣਗੇ, ਕਿਤੇ ਹੋਰ ਪਹੁੰਚ ਜਾਣਗੇ। ਇਸ ਕਰਕੇ ਸਾਨੂੰ ਜ਼ਿਆਦਾ ਚਿੰਤਾ ਹੈ। ਇਸ ਲਈ ਚਾਨਣ ਦੀ ਲੋੜ ਹੈ। ਚਾਨਣ ਮਨਾਰੇ ਸਾਡੇ ਕੋਲ ਹੈਗੇ ਨੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜਿਹਨੂੰ ਅਸੀਂ ਬੜੇ ਗੁਰੂ ਦੇ ਹਿਸਾਬ ਨਾਲ ਪੜ੍ਹਦੇ ਵੀ ਹਾਂ, ਉਸ ਨੂੰ ਪਾਵਨ ਗੁਰੂ ਦੇ ਰੂਪ 'ਚ ਮੰਨਦੇ ਵੀ ਹਾਂ, ਪਰ ਉਹਦੀਆਂ ਮੰਨਦੇ ਨਹੀਂ ਆ। ਜੇ ਮੰਨੀਆਂ ਹੁੰਦੀਆਂ ਤਾਂ ਜੇ ਘਟਨਾਵਾਂ ਸਾਹਮਣੇ ਨਾ ਆਉਂਦੀਆਂ, ਅੱਜ ਸਾਨੂੰ ਇਹ ਚਰਚਾਵਾਂ ਕਰਨ ਦੀ ਲੋੜ ਨਾ ਪੈਂਦੀ। ਸੋ ਇਸ ਲਈ ਚਿੰਤਾ ਹੈ, ਜਿਹੜੀ ਗੱਲ ਪ੍ਰੋਫੈਸਰ ਮਨਜੀਤ ਸਿੰਘ ਹੋਰਾਂ ਨੇ ਕਿਹਾ ਹੈ ਕਿ ਜੇਕਰ ਜਿਹੜੇ ਜਿੱਥੋਂ ਚਾਨਣ ਮਿਲਣਾ ਹੈ, ਜੇਕਰ ਉੱਥੇ ਬੈਠੇ ਨੁਮਾਇੰਦੇ ਹੀ ਦੀਵੇ ਬੁਝਾਉਣ ਲੱਗ ਜਾਣਗੇ, ਫਿਰ ਰੋਸ਼ਨੀ ਕਿੱਧਰ ਜਾਏਗੀ, ਫਿਰ ਸਮੁੰਦਰੀ ਜਹਾਜ਼ ਕਿਹੜੇ ਕਿਨਾਰੇ ਲੱਗੇਗਾ। ਸੋ ਇਸ ਲਈ ਸਿੱਖ ਭਾਈਚਾਰੇ ਲਈ ਚਿੰਤਾ ਵਾਲੀ ਗੱਲ ਇਸ ਗੱਲ ਤੋਂ ਹੈ ਕਿ ਜਿਹੜੇ ਨੁਮਾਇੰਦਿਆਂ ਨੂੰ ਅਸੀਂ ਗੁਰੂ ਘਰਾਂ ਦੀ ਬਾਗਡੋਰ ਸੌਂਪੀ ਹੈ, ਜੇਕਰ ਉਹ ਹੀ ਅਜਿਹੀਆਂ ਘਟਨਾਵਾਂ ਨਾਲ ਆਪਣਾ ਚਰਿੱਤਰ ਤੇ ਚਿੱਤਰਣ ਸਾਹਮਣੇ ਲੈ ਕੇ ਆਉਣਗੇ, ਫਿਰ ਚਿੰਤਾ ਵਧਣੀ ਹੈ ਤੇ ਫਿਰ ਅਜਿਹੇ ਮਸਲਿਆਂ 'ਤੇ ਚਰਚਾ ਵੀ ਹੋਣੀ ਹੈ। ਫਿਰ ਪਰਤਾਂਗੇ ਨਵੇਂ ਮਹਿਮਾਨਾਂ ਨਾਲ, ਨਵੇਂ ਵਿਸ਼ਿਆਂ ਨਾਲ। ਤੁਸੀਂ ਵੇਖਦੇ ਰਹੋ ਵਿਜ਼ਨ ਪੰਜਾਬ TV, ਹਰ ਕਦਮ ਤੁਹਾਡੇ ਨਾਲ।